ਤਾਂ ਡੈਮੋਕ੍ਰੇਸੀ ਕਿੱਥੇ ਰਹਿ ਗਈ? ਜਿਹੜੇ ਲੋਕਤੰਤਰ ਨੂੰ ਮਜ਼ਬੂਤ ਕਰਨ ਤੇ ਅਸੀਂ ਸਾਰਿਆਂ ਨੇ ਇੰਨੇ ਸਾਲ ਲਾਏ, ਉਹ ਲੋਕਤੰਤਰ ਨੂੰ ਮਿੱਟੀ ਕਰਦੇ ਆ ਭਾਰਤ ਸਰਕਾਰ ਨੇ 1 ਮਿੰਟ ਵੀ ਨਹੀਂ ਲਾਇਆ। ਤਾਂ ਫਿਰ ਅਵਾਰਡ ਕਿਸ ਕੰਮ ਦਾ ਰਹਿ ਗਿਆ? ਐਂਡ ਵੈਸੇ ਵੀ ਜਿੱਥੇ ਸਾਰਾ ਪੰਜਾਬ ਇਕੱਠਾ ਹੈ, ਉੱਥੇ ਮੈਂ ਚੰਦ ਸਿੱਕਿਆਂ ਤੇ ਚੰਦ ਮੈਡਲਾਂ ਤੇ ਵਿਕਣ ਵਾਲੀ ਕੌਮ ਦੇ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੁੰਦਾ। ਸਾਨੂੰ ਜਿੰਨਾ ਪ੍ਰਾਊਡ ਮਿਲਣ ਤੇ ਹੋਇਆ ਸੀ ਨਾ, ਉਸ ਤੋਂ ਕਿਤੇ ਵੱਧ ਪ੍ਰਾਊਡ ਇਹਦੀ ਅਵਾਰਡ ਵਾਪਸੀ ਦਾ ਸਾਨੂੰ ਹੋਇਆ। ਕਦੇ ਲਿਬਰਲ ਲਾ ਦਿਓ, ਕਦੇ ਸੈਕੂਲਰ ਲਾ ਲਓ, ਕਦੇ ਐਂਟੀ ਨੈਸ਼ਨਲ ਲਾ ਦਿਓ, ਕਦੇ ਖਾਲਿਸਤਾਨੀ ਲਾ ਦਿਓ, ਕਦੇ ਅਵਾਰਡ ਵਾਪਸੀ ਗੈਂਗ ਲਾ ਦਿਓ। ਇਹ ਤਾਂ ਕੰਗਣਾ ਰਣੌਤ ਵਰਗਿਆਂ ਦੇ ਤੇ ਅਰਨਬ ਗੋਸਵਾਮੀ ਵਰਗਿਆਂ ਦੇ ਕੰਮ ਹੈ, ਉਹਨਾਂ ਨੂੰ ਕੋਈ ਬਹੁਤਾ ਸੀਰੀਅਸਲੀ ਲੈਂਦਾ ਨਹੀਂ। ਉਹਨਾਂ ਨੂੰ ਪੁੱਛਿਆ ਸੀ ਕਿ ਕਿੰਨੇ ਦਿਨ ਲੰਗਰ ਛਕਾ ਦੋਗੇ, ਤਾਂ ਉਹਨਾਂ ਦਾ ਜਵਾਬ ਸੀ ਕਿ ਕਾਕਾ ਦੇਖ, ਇੱਥੋਂ ਸੋਨੀਪਤ ਤੱਕ ਸਾਡੀ ਗੋਭੀ ਪਈ ਆ, ਕਹਿੰਦਾ ਤਾਂ ਰਾਜਪੁਰੇ ਤੱਕ ਲਵਾ ਦਿੰਦੇ ਆ। ਅੱਜ ਪੰਜਾਬ ਦੀ ਜਿਹੜੀ 35 ਸਾਲਾਂ ਤੋਂ ਉਦਾਹਰਣ ਗਾਇਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਨਾ, ਉਹ ਸਰਕਾਰਾਂ ਇੱਕ ਵਾਰ ਫਿਰ ਹਾਰ ਗਈਆਂ, ਕਿਉਂਕਿ ਉਹਨਾਂ ਨੇ ਕੋਸ਼ਿਸ਼ ਬੜੀ ਕੀਤੀ। ਉਹਨਾਂ ਨੇ ਸਾਡਾ ਇਤਿਹਾਸ ਮਿਟਾਇਆ ਕਿਤਾਬਾਂ 'ਚੋਂ, ਉਹਨਾਂ ਨੇ ਇਤਿਹਾਸ ਮਿਟਾਉਣ ਤੋਂ ਬਾਅਦ ਕੋਸ਼ਿਸ਼ ਕੀਤੀ ਇਹਨਾਂ ਨੂੰ ਨਸ਼ੇੜੀ ਕਹਿ ਦਿਓ, ਕਿਉਂਕਿ ਇੱਕ ਤਾਂ ਉਹ ਔਰੇਂਜ ਮੈਨ ਮੈਂ ਉਹਨੂੰ ਕਹਿੰਦਾ ਹੁੰਦਾ ਯੋਗੀ ਆਦਿੱਤਿਆਨਾਥ ਨੂੰ, ਤੇ ਉਹ ਭਗਵਾਂ ਆਦਮੀ ਵੈਸੇ ਹੀ ਘਰ 'ਚ ਬਹੁਤਾ ਪਸੰਦ ਨਹੀਂ ਸੀ, ਸੀਏ ਵੇਲੇ ਫੋਟੋ ਲਾਤੀ ਸੀ, ਤੇ ਹੁਣ ਫਾਈਨਲੀ ਡਿਸਾਈਡ ਕੀਤਾ ਸੀ ਵੀ ਫੋਟੋ ਦੇ ਨਾਲ ਉਹ ਮੈਡਲ ਵੀ ਲਾ ਦਈਏ, ਕਿਉਂਕਿ ਉਹਦਾ ਦਿੱਤਾ ਹੋਇਆ ਮੈਡਲ ਇੱਕ ਹੁਣ ਦਾਗ ਹੈ। ਉਹ ਜਿਸ ਵੇਲੇ ਉਹ ਅਵਾਰਡ ਮਿਲਿਆ ਸੀ, ਉਹ ਰਾਸ਼ਟਰਪਤੀ ਦਾ, ਪ੍ਰਾਈਮ ਮਿਨਿਸਟਰ ਦਾ ਅਵਾਰਡ ਸਮਝ ਕੇ ਲਿਆ ਸੀ ਵੀ ਚਲੋ ਦਿੱਤਾ ਜਿਹਨੇ ਵੀ ਹੈ, ਪਰ ਉਹ ਮਾਣ ਹੈ ਸਾਡੇ ਲਈ। ਪਰ ਪਿਛਲੇ 2 ਸਾਲਾਂ ਜੋ ਹੋਇਆ, ਆਈ ਹੈਡ ਡਿਸਾਈਡਡ ਕਿ ਹੁਣ ਉਹ ਘਰੇ ਪਿਆ ਮੈਨੂੰ ਤੰਗ ਕਰੇਗਾ ਉਹ ਅਵਾਰਡ, ਕਿਉਂਕਿ ਫੋਟੋ ਲਾਉਣ ਤੋਂ ਬਾਅਦ ਵੀ ਤੰਗ ਕਰ ਰਿਹਾ ਸੀ। ਸੋ ਹੁਣ ਇਹ 2 ਕਿਰਦਾਰਾਂ ਦੇ ਆਪਸੀ ਜੰਗ ਹੈ। ਇੱਕ ਕਿਰਦਾਰ ਉਹ ਹੈ ਜਿਹੜਾ ਗੰਗੂ ਦਾ ਕਿਰਦਾਰ ਹੈ, ਜਿਹੜਾ ਚੰਦ ਸਿੱਕਿਆਂ ਤੇ ਪੈਸਿਆਂ ਤੇ ਵਿਕ ਜਾਂਦਾ ਹੈ, ਤੇ ਇੱਕ ਕਿਰਦਾਰ ਹੈ ਸਾਹਿਬਜ਼ਾਦਾ ਫਤਿਹ ਸਿੰਘ ਦਾ, ਜਿਹੜਾ 7 ਸਾਲ ਦੀ ਉਮਰ 'ਚ ਵੀ ਹਰ ਪਦਵੀ ਨੂੰ, ਹਰ ਮੈਡਲ ਨੂੰ ਠੋਕਰ ਮਾਰਦਾ ਹੈ, ਹਰ ਦੌਲਤ ਸ਼ੋਹਰਤ ਨੂੰ ਠੋਕਰ ਮਾਰਦਾ ਹੈ। ਉਹ ਕੱਲ੍ਹ ਪ੍ਰੈਸ ਕਾਨਫਰੰਸ ਕਰਕੇ ਕਰ ਰਿਹਾ ਹੈ, ਅਰਜੁਨ ਅਵਾਰਡਸ ਕਰ ਰਿਹਾ ਹੈ, ਪਦਮ ਸ਼੍ਰੀ ਕਰ ਰਿਹਾ ਹੈ, ਸਾਹਿਤ ਅਵਾਰਡ ਵਾਪਸ ਹੋ ਰਿਹਾ ਹੈ। ਸੋ ਇਹ ਕਲੀਅਰ ਹੈ, ਸਰਕਾਰ ਤੱਕ ਮੈਸੇਜ ਹੈ ਕਿ ਹੁਣ ਅਸੀਂ ਉਹ ਮੈਡਲਾਂ ਸਿੱਕਿਆਂ ਤੇ ਵਿਕਣ ਵਾਲੀ ਕੌਮ ਪਹਿਲਾਂ ਵੀ ਨਹੀਂ ਸੀ, ਤੇ ਹੁਣ ਵੀ ਕੋਸ਼ਿਸ਼ ਨਾ ਕਰਨ ਕਿ ਅਸੀਂ ਹੋਵਾਂਗੇ। ਉਹ ਬੜੀ ਸੋਹਣੀ ਗੱਲ ਹੁੰਦੀ ਹੈ ਕਿ ਬੱਚਿਆਂ ਤੇ ਮਾਵਾਂ ਤੇ ਲਾਠੀਆਂ ਨਹੀਂ ਚਲਾਈਆਂ ਜਾ ਸਕਦੀਆਂ, ਜੇ ਚੱਲਣਗੀਆਂ ਤਾਂ ਸਰਕਾਰਾਂ ਗਿਰਨਗੀਆਂ। ਇਹ ਉਦਾਹਰਣ ਹੈ 12 ਦਿਨ 'ਚ ਮਿਲੀ ਹੋਈ ਕਿ ਕਿਸਾਨ ਇਸ ਪ੍ਰੋਟੈਸਟ ਨੂੰ ਪੀਸਫੁਲੀ ਕਰ ਰਿਹਾ। ਜੇ ਉਹਨਾਂ ਨੇ ਕੋਈ ਗਲਤ ਕੰਮ ਕਰਨਾ ਹੁੰਦਾ ਤਾਂ ਹੁਣ ਤੱਕ ਹੋ ਚੁੱਕਾ ਹੁੰਦਾ। 12 ਦਿਨ 'ਚ ਉੱਥੇ ਸਭ ਕੁਝ ਪੀਸਫੁਲੀ ਹੋਇਆ। ਹੁਣ ਜੇ ਕੁਝ ਹੁੰਦਾ ਤਾਂ ਉਹ ਕਿਸਾਨ ਨਹੀਂ ਕਰ ਰਹੇ ਹੋਣਗੇ, ਇਹ ਕਲੀਅਰ ਹੈ, ਕਿਉਂਕਿ ਸਰਕਾਰਾਂ ਉਡੀਕ ਕਰ ਰਹੀਆਂ ਹੁੰਦੀਆਂ ਕਿ ਕਦ ਵਿੱਚ ਕੋਈ ਸ਼ਰਾਰਤੀ ਅਨਸਰ ਆਏ ਤੇ ਕੁਝ ਗਲਤ ਹੋ ਜਾਏ। ਦੇਖਣੀ ਦਿੱਲੀਏ ਤੇਰੀ ਹਿੱਕ ਤੇ ਇੱਕ ਨਵਾਂ ਇਤਿਹਾਸ ਬਣਾਇਆ ਮਿੱਟੀ ਦੇ ਜਾਇਆਂ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਸੁਮਨ ਜੇਟਲੀ। ਇਸ ਵੇਲੇ ਦਾ ਸਭ ਤੋਂ ਵੱਡਾ ਤੇ ਸਭ ਤੋਂ ਖੂਬਸੂਰਤ ਅਪਡੇਟ ਅਸੀਂ ਕਿਸਾਨੀ ਅੰਦੋਲਨ ਤੋਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਦਿੱਲੀ ਦੇ ਵਿੱਚ ਜੋ ਕਿਸਾਨਾਂ ਨੇ ਇਤਿਹਾਸ ਰਚਿਆ, ਆਉਣ ਵਾਲੀਆਂ ਪੀੜ੍ਹੀਆਂ ਉਸ ਇਤਿਹਾਸ ਨੂੰ ਯਾਦ ਰੱਖਣਗੀਆਂ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ 1947, 1984 ਤੇ 2020 ਇਤਿਹਾਸ ਦੇ ਪੰਨਿਆਂ ਦੇ ਵਿੱਚ ਸਦਾ ਸੁਨਹਿਰੀ ਅੱਖਰਾਂ ਦੇ ਵਿੱਚ ਯਾਦ ਕੀਤਾ ਜਾਏਗਾ ਉਹਨਾਂ ਕੁਰਬਾਨੀਆਂ ਨੂੰ। ਕੁਰਬਾਨੀਆਂ ਹੁਣ ਵੀ ਹੋਈਆਂ ਨੇ। ਦਿੱਲੀ ਦੇ ਵਿੱਚ ਅੰਦੋਲਨ ਕਰ ਰਹੇ ਬਹੁਤ ਸਾਰੇ ਕਿਸਾਨਾਂ ਨੇ ਜਾਨਾਂ ਹੁਣ ਵੀ ਗਵਾਈਆਂ ਨੇ। ਪਰ ਇਸ ਵੇਲੇ ਅੱਜ ਮੇਰਾ ਮਕਸਦ ਇਹ ਇੰਟਰਵਿਊ ਕਰਨ ਦਾ, ਇੱਕ ਨੌਜਵਾਨ ਮੇਰੇ ਨਾਲ ਮੌਜੂਦ ਹੈ ਜਿਸ ਨੂੰ ਤੁਸੀਂ ਪਹਿਲਾਂ ਵੀ ਸਾਡੇ ਮਾਧਿਅਮ ਰਾਹੀਂ ਦੇਖਦੇ ਹੋ, ਸੁਣਦੇ ਹੋ। ਇੱਕ ਅਜਿਹੀ ਸੋਚ ਦਾ ਮਾਲਕ ਜੋ ਬੜੇ ਹੀ ਨੌਜਵਾਨਾਂ ਨੂੰ ਪ੍ਰੇਰਿਤ ਕਰਦਾ ਹੈ। ਗੌਰਵਦੀਪ ਮੇਰੇ ਨਾਲ ਮੌਜੂਦ ਹੈ, ਕਿਉਂਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਕਿਸਾਨਾਂ ਨੇ ਕਿਹਾ ਕਿ 7 ਤਰੀਕ ਨੂੰ ਉਹ तमाम ਖਿਡਾਰੀ, ਅਦਾਕਾਰ, ਕਲਾਕਾਰ ਆਪਣੇ ਮੈਡਲ, ਆਪਣੇ ਅਵਾਰਡ ਵਾਪਸ ਕਰਨਗੇ ਜੋ ਕੇਂਦਰ ਵੱਲੋਂ ਉਹਨਾਂ ਨੂੰ ਦਿੱਤੇ ਗਏ ਨੇ। 8 ਤਰੀਕ ਨੂੰ ਭਾਰਤ ਬੰਦ ਦੀ ਕਾਲ ਹੈ। ਗੌਰਵ ਉਹਨਾਂ ਵਿੱਚੋਂ ਇੱਕ ਹੈ ਜਿਹੜੇ ਆਪਣਾ ਨੈਸ਼ਨਲ ਅਵਾਰਡ ਵਾਪਸ ਕਰਨ ਵਾਲੇ ਨੇ। ਗੌਰਵ, ਸਭ ਤੋਂ ਪਹਿਲਾਂ ਤਾਂ ਸਵਾਗਤ ਹੈ। ਧੰਨਵਾਦ ਜੀ, ਧੰਨਵਾਦ ਬਹੁਤ। ਮੇਰਾ ਪਹਿਲਾ ਸਵਾਲ ਗੌਰਵ, ਇੰਨੀ ਛੋਟੀ ਉਮਰ ਦੇ ਵਿੱਚ ਨੈਸ਼ਨਲ ਅਵਾਰਡ ਮਿਲਣਾ ਆਪਣੇ ਆਪ ਦੇ ਵਿੱਚ ਬੜੀ ਵੱਡੀ ਉਪਲਬਧੀ ਹੈ। ਤੁਸੀਂ ਉਸ ਅਵਾਰਡ ਨੂੰ ਵਾਪਸ ਕਰਨ ਦਾ ਜਿਗਰਾ ਕਿੱਥੋਂ ਲੈ ਕੇ ਆਏ? ਅਵਾਰਡ ਮਿਲਿਆ ਛੋਟੀ ਉਮਰ 'ਚ ਸੀ, ਤੇ ਜਦ ਮਿਲਿਆ ਸੀ ਉਦੋਂ ਵੀ ਲੱਗਦਾ ਸੀ ਕਿ ਸਾਰੇ ਕਹਿੰਦੇ ਸੀ ਬੜੀ ਛੋਟੀ ਉਮਰ 'ਚ ਅਵਾਰਡ ਮਿਲਿਆ, ਵੀ 21 ਸਾਲ ਦੀ ਉਮਰ ਸੀ। ਪਰ ਅੱਜ ਜਦ ਵਾਪਸ ਕੀਤਾ ਤੇ ਵਾਪਸ ਕਰਨ ਦੇ ਵਿੱਚ ਜਿਹੜਾ ਕਾਰਨ ਵੀ ਇਹੀ ਲੱਗ ਰਿਹਾ ਕਿ ਕਿਉਂ ਸਿਰਫ ਪ੍ਰਕਾਸ਼ ਸਿੰਘ ਬਾਦਲ ਵਾਂਗੂ 95 ਸਾਲ ਦੀ ਉਮਰ ਸਾਰੀ ਇੱਜ਼ਤ ਕੱਟਣ ਤੋਂ ਬਾਅਦ ਹੀ ਵਾਪਸ ਕਰਨਾ ਸਿੰਬੋਲਿਕਲੀ। ਜਾਗਦੀ ਜ਼ਮੀਰ ਦੀ ਉਦਾਹਰਣ ਤਾਂ ਉਹ ਹੁੰਦੀ ਹੈ ਕਿ ਜਦ ਕੌਮ ਨੂੰ ਲੋੜ ਹੈ, ਜਦ ਦੇਸ਼ ਨੂੰ ਲੋੜ ਹੈ, ਉਦੋਂ ਆਪਣੀ ਚੀਜ਼ ਮੋੜੀ ਹੈ। ਇਹਨੂੰ ਚੀਜ਼ ਆਪਣੀ ਹੈ ਵੀ ਨਹੀਂ, ਹੁਣ ਉਹ ਸਰਕਾਰ ਦੀ ਹੋਈ ਹੈ। ਕਿਉਂਕਿ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਮੈਂ ਬੜੇ ਲੰਬੇ ਸਮੇਂ ਤੋਂ ਦੇਖ ਰਿਹਾ ਸੀ ਕਿ ਨੈਸ਼ਨਲ ਯੂਥ ਅਵਾਰਡ ਮੈਨੂੰ ਮਿਲਿਆ ਕਾਹਦੇ ਲਈ ਸੀ। ਨੈਸ਼ਨਲ ਯੂਥ ਅਵਾਰਡ ਮੈਨੂੰ ਮਿਲਿਆ ਸੀ ਵੋਟਰ ਅਵੇਅਰਨੈਸ ਆ, ਵੀਰ ਆ, ਭੈਣ ਵਰਗੇ ਲੋਕਾਂ ਨੇ ਮੇਰੇ ਨਾਲ ਮਿਲ ਕੇ ਦੇਸ਼ ਦੀ ਡੈਮੋਕ੍ਰੇਸੀ ਨੂੰ ਸਟਰੈਂਥਨ ਕਰਨ 'ਤੇ ਕੰਮ ਕੀਤਾ, ਵੋਟਰਾਂ ਨੂੰ ਜਾਗਰੂਕ ਕਰਨ 'ਤੇ ਕੰਮ ਕੀਤਾ। ਪਰ ਜਿਹੜੇ ਵੋਟਰਾਂ ਨੂੰ ਜਾਗਰੂਕ ਕਰਨ 'ਤੇ ਕੰਮ ਕੀਤਾ, ਅੱਜ ਉਹੀ ਵੋਟਰ ਆਪਣੀ ਰਾਜਧਾਨੀ 'ਚ ਜਾ ਨਹੀਂ ਪਾ ਰਹੇ। ਅੱਜ ਉਹੀ ਵੋਟਰਾਂ ਨੂੰ ਆਪਣੀ ਰਾਜਧਾਨੀ ਜਾਣ ਲਈ ਅਲਾਓ ਨਹੀਂ ਕੀਤਾ ਜਾ ਰਿਹਾ। ਤਾਂ ਡੈਮੋਕ੍ਰੇਸੀ ਕਿੱਥੇ ਰਹਿ ਗਈ? ਜਿਹੜੇ ਲੋਕਤੰਤਰ ਨੂੰ ਮਜ਼ਬੂਤ ਕਰਨ 'ਤੇ ਅਸੀਂ ਸਾਰਿਆਂ ਨੇ ਇੰਨੇ ਸਾਲ ਲਾਏ, ਉਹ ਲੋਕਤੰਤਰ ਨੂੰ ਮਿੱਟੀ ਕਰਦੇ ਆ ਭਾਰਤ ਸਰਕਾਰ ਨੇ 1 ਮਿੰਟ ਵੀ ਨਹੀਂ ਲਾਇਆ। ਤਾਂ ਫਿਰ ਅਵਾਰਡ ਕਿਸ ਕੰਮ ਦਾ ਰਹਿ ਗਿਆ? ਐਂਡ ਵੈਸੇ ਵੀ ਜਿੱਥੇ ਸਾਰਾ ਪੰਜਾਬ ਇਕੱਠਾ ਹੈ, ਉੱਥੇ ਮੈਂ ਚੰਦ ਸਿੱਕਿਆਂ ਤੇ ਚੰਦ ਮੈਡਲਾਂ ਤੇ ਵਿਕਣ ਵਾਲੀ ਕੌਮ ਦੇ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੁੰਦਾ।
ਗੌਰਵ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਅਸੀਂ ਇਤਿਹਾਸ ਦੇ ਉਹਨਾਂ ਪੰਨਿਆਂ ਦੇ ਵਿੱਚ ਤੁਸੀਂ ਤੁਹਾਡੇ ਵਰਗੇ ਨੌਜਵਾਨ, ਸਾਡੇ ਬਜ਼ੁਰਗ, ਸਾਡੇ ਬੱਚੇ ਉਹ ਇਤਿਹਾਸ ਰਚ ਚੁੱਕੇ ਨੇ ਜਿਹਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਕਰਨਗੀਆਂ। ਕਿੰਨੇ ਦਿਨ ਦਿੱਲੀ ਲਗਾ ਕੇ ਆਏ ਹੋ? ਮੈਂ ਦਿੱਲੀ ਜੀ 25 ਤਰੀਕ ਤੋਂ ਦਿੱਲੀ ਹੋਈ ਹਾਂ। 25 ਤਰੀਕ ਤੋਂ ਦੁਰਾਹੇ ਪਹਿਲੇ ਅਸੀਂ ਲਗਾਇਆ ਲੰਗਰ, ਜਦ ਟਰਾਲੀਆਂ ਚੱਲੀਆਂ। 26 ਨੂੰ ਖਨੌਰੀ ਬਾਰਡਰ ਸੀ, ਮੈਂ ਮੇਰੀ ਸਿਸਟਰ ਅਸੀਂ ਸਾਰੇ। 27 ਤਰੀਕ ਨੂੰ ਅਸੀਂ ਅੰਬਾਲੇ ਪਹੁੰਚੇ, ਪਾਨੀਪਤ ਪਹੁੰਚੇ। ਉਸ ਤੋਂ ਬਾਅਦ ਹੁਣ ਤੱਕ ਲਗਾਤਾਰ ਦਿੱਲੀ ਹੋਈ ਹਾਂ। ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ, ਹੋਰ ਸੇਵਾਵਾਂ ਕਰ ਰਹੇ ਹਾਂ। ਸਿਰਫ ਇੱਕ ਕੰਟਰੀਬਿਊਸ਼ਨ ਪਾਉਣ ਲਈ, ਜਿਹੜੀ ਗੱਲ ਤੁਸੀਂ ਕੀਤੀ ਕਿ 47, 84 ਤੇ 2020, 84 ਤੋਂ ਬਾਅਦ 2020 ਇਸੇ ਲਈ ਹੀ ਕਾਮਯਾਬ ਅੱਜ ਹੁੰਦਾ ਦਿਖਿਆ, ਕਿਉਂਕਿ 84 ਤੋਂ ਪਹਿਲਾਂ ਧਰਮ ਯੁੱਧ ਮੋਰਚੇ ਦੇ ਵਿੱਚ ਸਾਡੇ ਮਾਤਾ ਪਿਤਾ ਉੱਥੇ ਸੀਗੇ, ਸਾਡੇ ਅੰਦਰ ਉਹ ਇਤਿਹਾਸ ਆਇਆ। ਤੇ ਜੇ ਅੱਜ ਅਸੀਂ ਨਹੀਂ ਨਾ ਜਾਂਦੇ ਤਾਂ ਜਿਹੜਾ ਅਗਲਾ ਸੰਘਰਸ਼ ਹੋਣਾ 30-40 ਸਾਲ ਬਾਅਦ ਜਾਂ ਜਦ ਵੀ ਹੋਣਾ, ਉਦੋਂ ਸਾਡੀ ਕੌਮ ਨੇ ਹਟ ਜਾਣਾ। ਤੇ ਮੈਨੂੰ ਇਹ ਮੈਂ ਕਰਨਾ ਚਾਹੁੰਦਾ ਕਿ ਸਾਡੀ ਕੌਮ ਖੜੀ ਰਹੇ, ਸਾਡੀ ਕੌਮ ਖੜੀ ਰਹੇ। ਐਸੇ ਲਈ ਅੱਜ ਦੀ ਪੀੜ੍ਹੀ ਨੂੰ ਅੱਗੇ ਆਉਣਾ ਬਹੁਤ ਜ਼ਰੂਰੀ ਜੇ ਹੈ। ਨਾ ਅਸੀਂ ਖੜੇ ਹੁੰਦੇ ਸ਼ਾਇਦ ਸਾਡੇ ਆਉਣ ਵਾਲੇ ਜਿਹੜੀਆਂ ਸਾਡੀਆਂ ਪੀੜ੍ਹੀਆਂ ਨੇ ਉਹ ਸਾਨੂੰ ਕਦੇ ਮਾਫ ਨਾ ਕਰਨ। ਐਂਡ ਗੱਲ ਉਹੀ ਹੈ ਨਾ ਕਿ ਕੌਮ ਨੂੰ ਕੱਲ ਨੂੰ ਤੁਹਾਡੀ ਅਗਲੀ ਪੀੜ੍ਹੀ ਤੁਹਾਨੂੰ ਕੀ ਪੁੱਛੇਗੀ। ਬਿਕਾਜ਼ ਮੈਂ ਆਪਣੇ ਗ੍ਰੈਂਡਫਾਦਰਸ ਨੂੰ, ਗ੍ਰੈਂਡਮਦਰਸ ਨੂੰ ਪੁੱਛਦਾ ਰਿਹਾ ਕਿ 47 ਵੇਲੇ ਜਦ ਵੰਡ ਹੋ ਰਹੀ ਸੀ, ਤੁਸੀਂ ਕਹਿੰਦੇ ਹੋ ਬੜਾ ਮਾੜਾ ਹੋਇਆ, ਬੜਾ ਮਾੜਾ ਹੋਇਆ, ਤੁਸੀਂ ਕਰ ਕੀ ਰਹੇ ਸੀ? ਤੁਸੀਂ ਸਿਰਫ ਸਰਕਾਰ ਦੀਆਂ ਮੰਨ ਰਹੇ ਸੀ। 84 'ਚ ਅਸੀਂ ਕਹਿੰਦੇ ਹਾਂ ਬੜਾ ਮਾੜਾ ਹੋਇਆ, ਤਾਂ ਮੈਂ ਪ੍ਰਾਊਡ ਫੀਲ ਕਰਦਾ ਮੇਰੇ ਫਾਦਰ ਉਸ ਵੇਲੇ ਮੂਵਮੈਂਟਸ ਦੇ ਵਿੱਚ ਐਕਟਿਵ ਰਹੇ। ਤੇ ਅੱਜ ਮੈਂ ਆਪਣੇ ਫਿਊਚਰ ਨੂੰ ਦੇਖ ਰਿਹਾ ਕਿ ਅਗਲੀ ਪੀੜ੍ਹੀ ਮੇਰੇ ਤੇ ਮਾਣ ਕਰੇ ਜਾਂ ਮੇਰੇ ਪਰਿਵਾਰ ਤੇ ਮਾਣ ਕਰੇ ਕਿ ਉਹ ਪਰਿਵਾਰ ਸੀ ਜਿਹਨੇ ਆਪਣੀ ਜ਼ਮੀਰ ਨਹੀਂ ਵੇਚੀ, ਸਭ ਵਾਰਤਾ। ਸੋ ਆਈ ਵਾਂਟ ਟੂ ਬੀ ਦੈਟ। ਐਂਡ ਮੈਨੂੰ ਲੱਗਦਾ ਕਿ ਇਸ ਵੇਲੇ ਹਰ ਪੰਜਾਬੀ ਬੱਚਾ ਸੋਚ ਕੇ ਚੱਲ ਰਿਹਾ। ਸੋ ਉਹ ਇੱਕ ਵੱਡੀ ਗੱਲ ਹੈ। ਤੁਸੀਂ ਜਿਸ ਮੋਰਚੇ ਦਾ ਹਿੱਸਾ ਬਣੇ ਹੋਏ ਸੀ ਨਾ ਗੌਰਵ, ਸਰਕਾਰਾਂ ਨੇ ਉਸ ਮੋਰਚੇ ਨੂੰ, ਉਸ ਅੰਦੋਲਨ ਨੂੰ ਕਿਹਾ ਕਿ ਇਹ ਐਂਟੀ ਨੈਸ਼ਨਲ ਨੇ, ਇਹ ਖਾਲਿਸਤਾਨੀ ਨੇ, ਇਹ ਜੋ ਮੋਰਚੇ ਦੇ ਵਿੱਚ ਬੈਠੇ ਨੇ ਸਾਰੇ ਕਿਸਾਨ ਨਹੀਂ ਹੈ। ਹੁਣ ਤਾਂ ਐਂਟੀ ਨੈਸ਼ਨਲ ਖਾਲਿਸਤਾਨੀਆਂ ਦੇ ਨਾਲ ਨਾਲ ਹੁਣ ਆਫੀਸ਼ੀਅਲੀ ਅਵਾਰਡ ਵਾਪਸੀ ਗੈਂਗ ਦਾ ਵੀ ਮੈਂਬਰ ਹੋ ਗਿਆ ਮੈਂ। ਤੇ ਨਾਮ ਤੇ ਟੈਗ ਹੀ ਹੈ, ਜਿੰਨੇ ਮਰਜ਼ੀ ਲਾ ਲਓ, ਕਦੇ ਲਿਬਰਲ ਲਾ ਦਿਓ, ਕਦੇ ਸੈਕੂਲਰ ਲਾ ਲਓ, ਕਦੇ ਐਂਟੀ ਨੈਸ਼ਨਲ ਲਾ ਦਿਓ, ਕਦੇ ਖਾਲਿਸਤਾਨੀ ਲਾ ਦਿਓ, ਕਦੇ ਅਵਾਰਡ ਵਾਪਸੀ ਗੈਂਗ ਲਾ ਦਿਓ। ਇਹ ਤਾਂ ਕੰਗਨਾ ਰਣੌਤ ਵਰਗਿਆਂ ਦੇ ਤੇ ਅਰਨਬ ਗੋਸਵਾਮੀ ਵਰਗਿਆਂ ਦੇ ਕੰਮ ਹੈ, ਉਹਨਾਂ ਨੂੰ ਕੋਈ ਬਹੁਤਾ ਸੀਰੀਅਸਲੀ ਲੈਂਦਾ ਨਹੀਂ। ਗੌਰਵ, ਉੱਥੇ ਕੀ ਐਨਾਲਾਈਜ਼ ਕੀਤਾ ਹੈ ਤੁਸੀਂ? ਕੀ ਐਨਾਲਿਸਿਸ ਤੁਹਾਡਾ ਕੀ ਕਹਿੰਦਾ ਹੈ ਕਿ ਜਿਹੜੇ ਤੁਸੀਂ ਉੱਥੇ ਬਜ਼ੁਰਗ ਦੇਖੇ ਨੇ ਜਿਹੜੇ ਹਲੇ ਵੀ ਡਟ ਕੇ ਖੜੇ ਹੋਏ ਨੇ, ਉਹ ਕਹਿ ਰਹੇ ਕਿ ਅਸੀਂ 6 ਮਹੀਨੇ ਦੀ ਤਿਆਰੀ ਦੇ ਨਾਲ ਇੱਥੇ ਆਏ ਹਾਂ, ਅਸੀਂ ਛੇਤੀ ਮੁੜਨ ਵਾਲਿਆਂ 'ਚੋਂ ਹੈ ਵੀ ਨਹੀਂ। ਜੇ ਮੈਂ ਉਹ ਸਾਰੇ ਮੂਵਮੈਂਟ ਨੂੰ ਇੱਕ ਸ਼ਬਦ 'ਚ ਬਿਆਨ ਕਰਨਾ ਹੋਏ ਤਾਂ ਉਹ ਚੜ੍ਹਦੀ ਕਲਾ ਹੈ। ਮੈਂ ਉੱਥੇ ਇੰਨੇ ਪੱਤਰਕਾਰ ਦੇਖੇ ਆ, ਮੀਡੀਆ ਨਾਲ ਜਲ ਗੱਲਬਾਤ ਹੁੰਦੀ ਹੈ ਕਿਸਾਨਾਂ ਦੀ, ਤਾਂ ਇੰਨੀ ਚੜ੍ਹਦੀ ਕਲਾ ਹੈ। ਕੱਲ ਮੈਂ ਇੱਕ ਛੋਟੀ ਜਿਹੀ ਉਦਾਹਰਣ ਦਿੰਦਾ ਕਿ ਇੱਕ ਪੱਤਰਕਾਰ ਪੁੱਛ ਰਿਹਾ ਸੀਗਾ ਕਿਸੇ ਬਾਬਾ ਜੀ ਨੂੰ ਜਿਨ੍ਹਾਂ ਨੇ ਲੰਗਰ ਲਾਇਆ ਹੋਇਆ, ਉਹਨਾਂ ਨੂੰ ਪੁੱਛ ਰਿਹਾ ਸੀ ਕਿ ਕਿੰਨੇ ਦਿਨ ਲੰਗਰ ਛਕਾ ਦੋਗੇ, ਤਾਂ ਉਹਨਾਂ ਦਾ ਜਵਾਬ ਸੀ ਕਿ ਕਾਕਾ ਦੇਖ, ਇੱਥੋਂ ਸੋਨੀਪਤ ਤੱਕ ਸਾਡੀ ਗੋਭੀ ਪਈ ਹੈ, ਕਹਿਣਾ ਤਾਂ ਰਾਜਪੁਰੇ ਤੱਕ ਲਵਾ ਦਿੰਦੇ ਆ। ਇਹ ਨਹੀਂ ਖਤਮ ਹੁੰਦੀ ਕੌਮ ਦੀ ਚੜ੍ਹਦੀ ਕਲਾ ਜਿਹੜੀ ਹੈ ਨਾ। ਤੇ ਇੱਕ ਹੋਰ ਬੜੀ ਕੋਈ ਕਿਸੇ ਪੱਤਰਕਾਰ ਨੇ ਮੈਨੂੰ ਕਮਾਲ ਦੀ ਗੱਲ ਕਹੀ, ਕਹਿੰਦੇ कि इस कौम की समझ नहीं आती। एक तरफ बोल रहे हैं कि ज़मीनें जा रही हैं, मोदी सारा पैसा खा गया, ये हो गया वो, और दूसरी तरफ गजरेले और खीर के लंगर लग रहे हैं। ਇਹ ਚੜ੍ਹਦੀ ਕਲਾ ਕਰਕੇ ਹੀ ਸਾਰੇ ਉੱਥੇ ਟਿਕੇ ਹੋਏ ਆ। ਤੇ ਚੜ੍ਹਦੀ ਕਲਾ ਸਾਡੇ ਖੂਨ 'ਚ ਹੈ। ਇਤਿਹਾਸ ਭਾਵੇਂ ਅੱਜ ਦੀ ਪੀੜ੍ਹੀ ਭੁੱਲ ਗਈ ਹੋਏ, ਪਰ ਉਹ ਚੜ੍ਹਦੀ ਕਲਾ, ਉਹ ਅਣਖ ਜਿਹੜੀ ਹੈ ਨਾ, ਉਹ ਅੰਦਰ ਹੀ ਹੈ, ਉਹ ਜਾਂਦੀ ਨਹੀਂ, ਉਹ ਕਿਤੇ ਨਹੀਂ ਜਾਣੀ। ਪਰ ਜੋ ਅਸੀਂ ਇਕੱਠ ਠਾਠਾ ਮਾਰਦਾ ਇਕੱਠ ਦੇਖਿਆ ਦਿੱਲੀ ਦੇ ਵਿੱਚ, ਜੋ ਤਸਵੀਰਾਂ ਦੇਖੀਆਂ ਨੇ, ਅਸੀਂ ਤਾਂ ਹੀ ਕਹਿੰਦੇ ਕਿ ਬੜੀਆਂ ਖੂਬਸੂਰਤ ਅਪਡੇਟਸ ਆ ਰਹੀਆਂ ਨੇ। ਛੋਟੀ ਜਿਹੀ ਬੱਚੀ ਆਪਣੀਆਂ ਕਿਤਾਬਾਂ ਖੋਲ ਕੇ ਬੈਠੀ ਉੱਥੇ ਆਪਣੀ ਐਗਜ਼ਾਮ ਦੀ ਤਿਆਰੀ ਕਰ ਰਹੀ ਹੈ। ਬਾਬੇ ਜਿਹੜੇ ਨੇ ਜਿਨ੍ਹਾਂ ਦੀ ਉਮਰ ਆਰਾਮ ਕਰਨ ਦੀ ਹੈ ਨਾ, ਆਪਣੇ ਬੱਚੇ ਉਹਨਾਂ ਦੇ ਆਪਣੇ ਬੱਚੇ ਉਹਨਾਂ ਦੀ ਸੇਵਾ ਕਰਨ, ਉਹ ਉਮਰਾਂ ਸੀਗੀਆਂ ਤੇ ਉਸ ਉਮਰਾਂ ਦੇ ਵਿੱਚ ਉਹ ਭਾਂਡੇ ਮਾਂਜਣ ਦੀ ਸੇਵਾ ਕਰ ਰਹੇ ਨੇ, ਸਬਜ਼ੀਆਂ ਕੱਟ ਰਹੇ ਨੇ। ਤਾਂ ਬੜੀਆਂ ਖੂਬਸੂਰਤ ਅਪਡੇਟਸ ਆ। ਬਿਲਕੁਲ ਖੂਬਸੂਰਤ ਹੈ। ਖੂਬਸੂਰਤ ਦੇ ਨਾਲ ਨਾਲ ਇੱਕ ਪੰਜਾਬ ਦੀ ਉਦਾਹਰਣ ਜਿਹੜੀ ਦੁਨੀਆ ਭੁੱਲ ਚੁੱਕੀ ਸੀ 30-35 ਸਾਲ ਤੋਂ, ਉਹ ਮੁੜ ਜਾਗ ਗਈ ਹੈ। ਕਿਉਂਕਿ ਪੰਜਾਬ ਜਿੱਦਾਂ ਜਿੱਦਾਂ ਖੜਾ ਹੋਇਆ ਹੈ, ਹਮੇਸ਼ਾ ਤੋਂ ਦੁਨੀਆ ਨੇ ਪੰਜਾਬ ਵੱਲ ਨੂੰ ਦੇਖਿਆ। ਜਦ ਐਮਰਜੈਂਸੀ 'ਚ ਸਾਰਾ ਦੇਸ਼ ਝੁਕ ਗਿਆ ਤਾਂ ਪੰਜਾਬ ਖੜਾ ਹੋਇਆ। ਹਾਂ, ਉਸ ਗੱਲ ਦੇ ਬਦਲੇ ਵੀ ਪੰਜਾਬ ਤੋਂ ਲਏ ਗਏ, ਪਰ ਪੰਜਾਬ ਖੜਾ ਹੋਇਆ। 47 'ਚ ਪੰਜਾਬ ਖੜਾ ਹੋਇਆ, 31 'ਚ ਪੰਜਾਬ ਖੜਾ ਹੋਇਆ ਜਦ ਭਗਤ ਸਿੰਘ ਖੜਾ ਹੋਇਆ। ਉਸ ਤੋਂ ਪਹਿਲਾਂ ਸਿੰਘ ਸਭਾ ਲਹਿਰ ਹੋਈ, ਉਸ ਤੋਂ ਪਹਿਲਾਂ ਉਸ ਤੋਂ ਬਾਅਦ ਪੰਜਾਬੀ ਸੂਬਾ ਮੋਰਚਾ ਹੋਇਆ। ਪੰਜਾਬ ਖੜਾ ਹੋਇਆ। ਅੱਜ ਪੰਜਾਬ ਦੀ ਜਿਹੜੀ 35 ਸਾਲਾਂ ਤੋਂ ਉਦਾਹਰਣ ਗਾਇਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਨਾ, ਉਹ ਸਰਕਾਰਾਂ ਇੱਕ ਵਾਰ ਫਿਰ ਹਾਰ ਗਈਆਂ। ਕਿਉਂਕਿ ਉਹਨਾਂ ਨੇ ਕੋਸ਼ਿਸ਼ ਬੜੀ ਕੀਤੀ, ਉਹਨਾਂ ਨੇ ਸਾਡਾ ਇਤਿਹਾਸ ਮਿਟਾਇਆ ਕਿਤਾਬਾਂ 'ਚੋਂ। ਉਹਨਾਂ ਨੇ ਇਤਿਹਾਸ ਮਿਟਾਉਣ ਤੋਂ ਬਾਅਦ ਕੋਸ਼ਿਸ਼ ਕੀਤੀ ਇਹਨਾਂ ਨੂੰ ਨਸ਼ੇੜੀ ਕਹਿ ਦਿਓ। ਉਹਨਾਂ ਨੇ ਸਾਨੂੰ ਗਲਤ ਗਾਣਿਆਂ 'ਚ ਲਾਇਆ, ਉਹਨਾਂ ਨੇ ਸਾਨੂੰ ਆਬਜੈਕਟੀਫਿਕੇਸ਼ਨ 'ਚ ਲਾਇਆ, ਉਹਨਾਂ ਨੇ ਸਭ ਕਰਕੇ ਵੇਖ ਲਿਆ। ਪਰ ਜਦ ਪੰਜਾਬ ਤੇ ਆਈ ਹੈ ਤੇ ਫਿਰ ਸਾਰੇ ਇਕੱਠੇ ਆ। ਹਾਂ, ਇੱਕ ਗੱਲ ਦਾ ਅਫਸੋਸ ਜ਼ਰੂਰ ਹੈ, ਇਹ ਗੱਲ ਮੈਂ ਅੱਗੇ ਵੀ ਕਹਿ ਕੇ ਹਟਿਆ ਕਿ ਜਦ ਪੰਜਾਬ ਤੇ ਬਣਦੀ ਹੈ ਤਾਂ ਕਿਉਂ ਇਕੱਲਾ ਪੰਜਾਬ ਹੀ ਆਉਂਦਾ। ਜਦ ਅਸੀਂ ਦਿੱਲੀ 'ਚ ਦੇਖਿਆ JNU ਦਾ ਸੀਨ ਹੋਇਆ, ਜਾਮੀਆ ਦਾ ਹੋਇਆ, ਤਾਂ ਪੰਜਾਬੀਆਂ ਨੇ ਜਾ ਕੇ ਲੰਗਰ ਲਾਏ। ਪਰ ਜਦ ਅੱਜ ਪੰਜਾਬ ਦੀ ਵਾਰੀ ਆਈ ਤਾਂ ਬਹੁਤ ਘੱਟ ਦੇਖਣ ਨੂੰ ਮਿਲਿਆ। ਅੱਜ ਹੁਣ ਕਿਉਂਕਿ ਮੂਵਮੈਂਟ ਵੱਡੀ ਹੋ ਗਈ ਹੈ ਤਾਂ ਹੁਣ ਦੇਖਣ ਨੂੰ ਮਿਲ ਰਿਹਾ। ਪਰ 2 ਮਹੀਨੇ ਤੋਂ ਮੈਂ ਬੜਾ ਡਿਸਅਪੁਆਇੰਟਡ ਸੀ ਕਿ ਕਿੱਥੇ ਆ ਉਹ ਸਾਰੇ ਐਕਟਿਵਿਸਟ ਜਿਹੜੇ ਆਪਣੇ ਆਪ ਨੂੰ ਬਹੁਤ ਵੱਡਾ ਐਕਟਿਵਿਸਟ ਕਹਿੰਦੇ ਆ ਪੂਰੇ ਦੇਸ਼ ਦੇ ਵਿੱਚ, ਪੰਜਾਬੀ ਖੜੇ ਰਹੇ, ਜਿਨ੍ਹਾਂ ਦੇ ਲਈ CA ਵੇਲੇ ਪੰਜਾਬ ਰੱਜ ਕੇ ਖੜਿਆ ਰਿਹਾ। ਪੰਜਾਬ ਕਿਸੇ ਤੋਂ ਕੁਝ ਮੰਗਦਾ ਨਹੀਂ, ਪਰ ਇਹ ਗੱਲ ਲੈਸਨ ਮਿਲ ਗਿਆ ਕਿ ਜਦ ਪੰਜਾਬ ਤੇ ਬਣਦੀ ਹੈ
ਤਾਂ ਪੰਜਾਬ ਹੀ ਖੜੇਗਾ। ਪਰ ਜਨ ਅੰਦੋਲਨ ਬਣ ਗਿਆ ਗੌਰਵ, ਹੁਣ ਹੁਣ ਬਣ ਤਾਂ ਗਿਆ, ਹਰ ਸਟੇਟ ਜੀ ਉਹੀ ਮੈਂ ਕਹਿ ਰਿਹਾ ਕਿ ਹੁਣ ਤਾਂ ਵੱਡਾ ਹੋ ਗਿਆ ਨਾ, ਹੁਣ ਤਾਂ ਮੂਵਮੈਂਟ ਉਹ ਹੋ ਗਈ, ਹੁਣ ਇੱਕ ਸੋਸ਼ਲ ਮੀਡੀਆ ਮੂਵਮੈਂਟ ਬਣ ਗਈ, ਹੁਣ ਹਰ ਕੋਈ ਆਉਣਾ ਚਾਹ ਰਿਹਾ। ਸ਼ਾਇਦ ਇੱਜ਼ਤ ਦਾ ਸਵਾਲ ਹੈ ਤਾਂ ਇੱਜ਼ਤ ਦਾ ਸਵਾਲ ਵੀ ਹੈ, ਪੋਲੀਟੀਸ਼ੀਅਨਸ ਵੀ ਆਣਾ ਚਾਹ ਰਹੇ, ਹੁਣ ਮਜਬੂਰੀ ਵਸ ਵੀ ਆ ਰਹੇ ਹੈ। ਜੇ ਦਿਲੋਂ ਕੋਈ ਨਾਲ ਖੜਿਆ ਤਾਂ ਹਰਿਆਣਾ ਦਿਲੋਂ ਨਾਲ ਖੜਿਆ। ਹਰਿਆਣੇ ਨੇ ਜੋ ਮਿਸਾਲ ਪੇਸ਼ ਕੀਤੀ ਹੈ ਮੈਂ ਤੁਹਾਨੂੰ ਦੱਸ ਦਿੰਦਾ, ਅਸੀਂ ਮਸੇਰੇ ਆ ਤੁਹਾਡੇ। ਅਸੀਂ ਉੱਥੇ ਗਏ ਆ ਤੇ ਮੈਨੂੰ ਕਿਸੇ ਨੇ ਆਪਣੀ ਪ੍ਰਾਪਰਟੀ ਡੀਲਰ ਦੀ ਦੁਕਾਨ ਦੀ ਚਾਬੀ ਦੇਤੀ, ਸੰਦੀਪ ਵੀਰੇ ਮੈਂ ਨਾਮ ਜ਼ਰੂਰ ਲਵਾਂਗਾ, ਉਹਨੇ ਆਪਣੀ ਚਾਬੀ ਦੇਤੀ, ਉਹ ਕਹਿੰਦਾ ਇੱਥੇ ਰਹੋ। ਵਾਈਫਾਈ ਉਹਨੇ ਲਵਾ ਕੇ ਦਿੱਤਾ ਕਿਉਂਕਿ ਬਾਰਡਰ ਤੇ ਇੰਟਰਨੈਟ ਨਹੀਂ ਹੈ, ਉਹਨੇ ਵਾਈਫਾਈ ਲਵਾ ਕੇ ਦਿੱਤਾ, ਉਹਨੇ ਗੱਦੇ ਵਿੱਚ ਆ ਕੇ ਦਿੱਤੇ, ਵਾਸ਼ਰੂਮਸ ਓਪਨ ਕਰਤੇ ਕਿ ਜਿੰਨੇ ਦਿਨ ਰਹਿਣਾ ਉਹਨੇ ਦਿਨ ਰਹੋ, ਟੈਂਟ ਦੇ ਖਰਚੇ, ਹਰ ਨਿੱਕੀ ਨਿੱਕੀ ਚੀਜ਼ ਦਾ ਉਹ ਸਾਡਾ ਧਿਆਨ ਰੱਖ ਰਿਹਾ ਹੈ। ਹਰਿਆਣਵੀਆਂ ਦਾ ਅਸੀਂ ਪੰਜਾਬ ਵਾਲੇ ਬੱਚੇ ਦੇਣਾ ਨਹੀਂ ਦੇ ਸਕਦੇ ਜਿੰਨੀ ਉਹਨਾਂ ਨੇ ਸਪੋਰਟ ਕੀਤੀ। ਤੁਸੀਂ ਇੱਕ ਭੈਣ ਹੋਣ ਦੇ ਨਾਤੇ ਇਹਨੂੰ ਸਪੋਰਟ ਕਰ ਰਹੇ ਹੋ, ਜਾਂ ਇੱਕ ਪੰਜਾਬੀ ਹੋਣ ਦੇ ਨਾਤੇ ਸਪੋਰਟ ਕਰ ਰਹੇ ਹੋ, ਜਾਂ ਕਿਸਾਨ ਦੀ ਧੀ ਹੋਣ ਦੇ ਨਾਤੇ ਸਪੋਰਟ ਕਰ ਰਹੇ ਹੋ? ਆਈ ਥਿੰਕ ਫਸਟ ਆਫ ਆਲ ਤਾਂ ਪੰਜਾਬੀ ਹੋਣ ਦੇ ਨਾਤੇ, ਜੇ ਇੰਨਾ ਕੁਝ ਸੋਸ਼ਲ ਮੀਡੀਆ ਤੇ ਅਸੀਂ ਜਿੰਨਾ ਕੁਝ ਦੇਖ ਰਹੇ ਹਾਂ, ਜੇ ਇੰਨਾ ਕੁਝ ਦੇਖਣ ਦੇ ਬਾਅਦ ਵੀ ਸਾਡੀ ਜ਼ਮੀਰ ਅੱਜ ਵੀ ਨਹੀਂ ਜਾਗ ਰਹੀ ਨਾ, ਤਾਂ ਆਈ ਥਿੰਕ ਕਿ ਸਾਨੂੰ ਸੋਚਣ ਦੀ ਲੋੜ ਹੈ ਫਿਰ ਕਿ ਅਸੀਂ ਕਿੱਥੇ ਖੜੇ ਹਾਂ ਅੱਜ। ਤੇ ਅਸੀਂ ਕਿੰਨੇ ਮਾਣ ਨਾਲ, ਹੁਣ ਇਹ ਦਸੰਬਰ ਦਾ ਮਹੀਨਾ ਚੱਲ ਰਿਹਾ ਤੇ ਅਸੀਂ ਲਾਸਟ ਹਫਤਾ ਨਾ ਬੜੇ ਮਾਣ ਨਾਲ ਸ਼ਹੀਦੀ ਪੁਰਬ ਮਨਾਣੇ ਆਪਣੇ, ਹੈ ਨਾ। ਤੇ ਮੈਨੂੰ ਲੱਗਦਾ ਜੇ ਅੱਜ ਸਾਡੀ ਜ਼ਮੀਨ ਨਹੀਂ ਜਾਗ ਰਹੀ ਨਾ, ਸਾਨੂੰ ਕੋਈ ਹੱਕ ਨਹੀਂ ਬਣਦਾ ਉਹ ਸ਼ਹੀਦੀ ਪੁਰਬਾਂ ਨੂੰ ਮਨਾਉਣ ਦਾ। ਜਦੋਂ ਆਪਣੇ ਘਰ ਦੇ ਬੱਚੇ ਨੂੰ ਕੋਈ ਅਵਾਰਡ ਮਿਲਦਾ, ਕੋਈ ਟਰੋਫੀ ਮਿਲਦੀ ਹੈ, ਤਾਂ ਬਹੁਤ ਵੱਡਾ ਅਵਾਰਡ ਹੈ ਜਿਹੜਾ ਗੌਰਵ ਵਾਪਸ ਕਰ ਰਿਹਾ। ਜਦੋਂ ਕਿਸੇ ਕਲਾਸ ਦੇ ਵਿੱਚੋਂ ਮਾਂ ਦਾ ਪੁੱਤ ਫਸਟ ਆਉਂਦਾ, ਸੈਕਿੰਡ ਆਉਂਦਾ, ਥਰਡ ਆਉਂਦਾ, ਜਾਂ ਉਹ ਜਿਹੜੀ ਟਰੋਫੀ ਮਿਲਦੀ ਤਾਂ ਮਾਂ ਉਹਨੂੰ ਇਸ ਤਰ੍ਹਾਂ ਸਾਂਭ ਕੇ ਰੱਖਦੀ ਹੈ ਜਿਵੇਂ ਪਤਾ ਨਹੀਂ ਕੋਈ ਨੂਰ ਦਾ ਹੀਰਾ ਹੋਵੇ। ਪਰ ਜਿਹੜਾ ਅਵਾਰਡ ਹੈ ਵਾਪਸ ਕਰਨ ਵਾਲਾ ਹੈ, ਪਰਿਵਾਰ ਦੀ ਕੀ ਪ੍ਰਤੀਕਿਰਿਆ ਸੀ? ਕੀ ਮਾਂ-ਬਾਪ ਨੇ ਤੁਹਾਨੂੰ ਅਲਾਉ ਕੀਤਾ, ਤੁਹਾਨੂੰ ਰੋਕਿਆ, ਜਾਂ ਹੋਰ ਕਿਸੇ ਨੇ, ਤੁਹਾਡੇ ਟੀਚਰਸ ਨੇ ਜਿਹੜੇ ਹਮੇਸ਼ਾ ਗੌਰਵ ਨੂੰ ਸਪੋਰਟ ਕਰਦੇ ਰਹੇ ਨੇ? ਬੜੀ ਓਨੈਸਟਲੀ ਸ਼ੇਅਰ ਕਰਾਂਗੀ, ਸਾਨੂੰ ਬਹੁਤ ਪ੍ਰਾਊਡ ਫੀਲ ਹੋਇਆ ਸੀ ਜਦੋਂ ਇਹਨੂੰ ਇਸ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ, ਕਿਉਂਕਿ ਵੀ ਹੈਵ ਸੀਨ ਹਿਮ ਕਿ 4-5 ਸਾਲ ਲਗਾ ਕੇ ਕਿਸ ਹੱਦ ਤੱਕ ਦੀ ਮਿਹਨਤ ਰਾਤਾਂ ਜਾਗ ਕੇ ਕੀਤੀ ਗਈ ਸੀ ਉਸ ਅਵਾਰਡ ਦੇ ਲਈ। ਜਦੋਂ ਇਹਨੇ ਸਾਨੂੰ ਕਨਵੇ ਕੀਤਾ ਕਿ ਮੈਂ ਉਸ ਅਵਾਰਡ ਨੂੰ ਵਾਪਸ ਕਰਨਾ ਚਾਹੁੰਦਾ, ਸਾਨੂੰ ਜਿੰਨਾ ਪ੍ਰਾਊਡ ਮਿਲਣ ਤੇ ਹੋਇਆ ਸੀ ਨਾ, ਉਸ ਤੋਂ ਕਿਤੇ ਵੱਧ ਪ੍ਰਾਊਡ ਇਹਦੀ ਅਵਾਰਡ ਵਾਪਸੀ ਦਾ ਸਾਨੂੰ ਹੋਇਆ, ਕਿਉਂਕਿ ਸਾਨੂੰ ਪਤਾ ਕਿ ਇਹ ਕਿਸ ਰੀਜ਼ਨ ਕਰਕੇ ਵਾਪਸ ਕੀਤਾ ਜਾ ਰਿਹਾ। ਤੇ ਜੇ ਉਹ ਮਿਸਾਲ ਸੀਗੀ ਨਾ ਜਾਗਦੀ ਜ਼ਮੀਰ ਦੀ ਕਿ ਲੋਕਤੰਤਰ ਨੂੰ ਮਜ਼ਬੂਤ ਕੀਤਾ ਜਾ ਰਿਹਾ, ਤਾਂ ਉਸ ਤੋਂ ਵੀ ਵੱਡੀ ਮਿਸਾਲ ਬਣੇਗੀ ਜ਼ਮੀਰ ਦੀ ਕਿ ਜਿੱਥੇ ਲੋੜ ਸੀ ਆਪਣੇ ਪੰਜਾਬੀਆਂ ਲਈ, ਆਪਣੇ ਭੈਣਾਂ ਭਰਾਵਾਂ ਲਈ ਖੜਨ ਦੀ, ਉੱਥੇ ਖੜਾ ਹੋਇਆ ਉਹਨਾਂ ਦੇ ਨਾਲ। ਗੌਰਵ, ਮੈਨੂੰ ਲੱਗਦਾ ਇਸ ਤੋਂ ਵੱਡੀ ਮਾਣ ਦੀ ਗੱਲ ਪਰਿਵਾਰ ਲਈ ਕਦੇ ਵੀ ਨਹੀਂ ਹੋ ਸਕਦੀ। ਮੈਨੂੰ ਲੱਗਦਾ ਇੱਕ ਪਰਿਵਾਰ ਲਈ ਤੇ ਇੱਕ ਮੇਰੀ ਟੀਮ ਦਾ ਇੱਥੇ ਭਰਾ ਖੜਾ ਹੈ, ਕਿਉਂਕਿ ਮੈਂ ਇਹਨਾਂ ਸਾਰਿਆਂ ਨਾਲ ਡਿਸਕਸ ਕੀਤਾ ਜਦ ਅਵਾਰਡ ਵਾਪਸੀ ਦੀ ਗੱਲ ਹੋਈ ਸੀ। ਇਹ ਵੇਲੇ ਵੀ ਇਹ ਗੱਲ ਉੱਠੀ ਸੀ ਕਿ ਵਾਪਸ ਕਰਨਾ, ਤੇ ਮੈਂ ਇਹਨਾਂ ਨਾਲ ਡਿਸਕਸ ਕਰਦਾ ਹੁੰਦਾ ਸੀ ਕਿ ਵਾਪਸ ਕਰਨਾ ਚਾਹੀਦਾ, ਨਹੀਂ ਕਰਨਾ ਚਾਹੀਦਾ। ਤੇ ਅਸੀਂ ਘਬਰਾ ਜਾਂਦੇ ਸੀ ਕਿ ਯਾਰ ਵਾਪਸ ਕਰਾਂਗੇ ਉਹਦੇ ਦੋ ਚੀਜ਼ਾਂ ਹੋ ਸਕਦੀਆਂ ਕਿ ਸਰਕਾਰ ਆਪਣਾ ਦੁਸ਼ਮਣ ਨਾ ਸਮਝ ਬੈਠੇ, ਫਿਰ ਉਹ ਐਂਟੀ ਨੈਸ਼ਨਲ ਦਾ ਟੈਗ ਨਾ ਲਾ ਦੇ। ਪਰ ਅੱਜ ਜਦ ਅਨਾਉਂਸ ਕਰਨ ਦੀ ਵਾਰੀ ਆਈ ਤੇ ਕੱਲ ਮੈਨੂੰ ਇਹਦਾ ਵੀ ਫੋਨ ਆਇਆ, ਹੋਰ ਟੀਮ ਮੈਂਬਰਸ ਦਾ ਫੋਨ ਆਇਆ, ਇਹੀ ਸੀਗਾ ਕਿ ਵੀਰੇ ਜਿੰਨਾ ਮਾਣ ਇੱਕ ਸੀਗਾ ਮਿਲਣ ਦਾ, ਹੁਣ ਦੁੱਗਣਾ ਹੋ ਗਿਆ। ਤੇ ਇੰਨਾ ਮਾਣ ਸਹੀ ਟਾਈਮ ਸੀ ਅਵਾਰਡ, ਐਂਡ ਇੱਕ ਮੂਵਮੈਂਟ ਵੀ ਬਹੁਤ ਸਹੀ ਬਣ ਗਿਆ ਨਾ ਕਿ ਜਦ ਤੁਸੀਂ ਸਟੇਜ ਤੇ ਖੜੇ ਹੋ ਤੇ ਅੱਜ ਉਹ ਦੇਸ਼ ਦੀ ਕਹਿ ਲਓ ਜਾਂ ਦੁਨੀਆ ਦੀ ਸਭ ਤੋਂ ਵੱਡੀ ਪ੍ਰੋਟੈਸਟ ਸਟੇਜ ਹੈ। ਪਰ ਗੌਰਵ, ਕੋਈ ਤਾਂ ਹੋਇਆ, ਕੋਈ ਤਾਂ ਵਿਅਕਤੀ ਹੋਣਾ ਹੈ ਜਿਹਨੇ ਫੋਨ ਕਰਕੇ ਕਿਹਾ ਹੋਣਾ ਕਿ ਗੌਰਵ ਸੋਚ ਲੈ, ਹਲੇ ਵੀ ਇਹ ਛੋਟਾ ਸਟੈਪ ਨਹੀਂ ਹੈ। ਨਹੀਂ, ਬੜਿਆਂ ਨੇ ਕਿਹਾ ਕਿ ਸੋਚ ਲੈ, ਪਰ ਮੈਨੂੰ ਹੁਣ ਨਾ ਘਰੇ ਉਹ ਅਵਾਰਡ ਪਿਆ ਦਾਗ ਲੱਗਣ ਲੱਗ ਗਿਆ ਸੀ, ਕਿਉਂਕਿ ਇੱਕ ਤਾਂ ਉਹ ਔਰੇਂਜ ਮੈਨ ਮੈਂ ਉਹਨੂੰ ਕਹਿੰਦਾ ਹੁੰਦਾ ਯੋਗੀ ਆਦਿੱਤਿਆਨਾਥ ਨੂੰ, ਤੇ ਉਹ ਭਗਵਾਨ ਆਦਮੀ ਵੈਸੇ ਹੀ ਘਰ 'ਚ ਬਹੁਤਾ ਪਸੰਦ ਨਹੀਂ ਸੀ, ਸੀਏ ਵੇਲੇ ਫੋਟੋ ਲਾਤੀ ਸੀ। ਤੇ ਹੁਣ ਫਾਈਨਲੀ ਡਿਸਾਈਡ ਕੀਤਾ ਸੀ ਵੀ ਫੋਟੋ ਦੇ ਨਾਲ ਨਾਲ ਉਹ ਮੈਡਲ ਵੀ ਲਾ ਦਈਏ, ਕਿਉਂਕਿ ਉਹਦਾ ਦਿੱਤਾ ਹੋਇਆ ਮੈਡਲ ਇੱਕ ਹੁਣ ਦਾਗ ਹੈ। ਉਹ ਜਿਸ ਵੇਲੇ ਉਹ ਅਵਾਰਡ ਮਿਲਿਆ ਸੀ, ਉਹ ਰਾਸ਼ਟਰਪਤੀ ਦਾ, ਪ੍ਰਾਈਮ ਮਿਨਿਸਟਰ ਦਾ ਅਵਾਰਡ ਸਮਝ ਕੇ ਲਿਆ ਸੀ ਵੀ ਚਲੋ ਦਿੱਤਾ ਜਿਹਨੇ ਵੀ ਹੈ, ਪਰ ਉਹ ਮਾਣ ਹੈ ਸਾਡੇ ਲਈ। ਪਰ ਪਿਛਲੇ 2 ਸਾਲਾਂ ਜੋ ਹੋਇਆ ਆਈ ਹੈਡ ਡਿਸਾਈਡਡ ਕਿ ਹੁਣ ਉਹ ਘਰੇ ਪਿਆ ਮੈਨੂੰ ਤੰਗ ਕਰੇਗਾ ਉਹ ਅਵਾਰਡ, ਕਿਉਂਕਿ ਫੋਟੋ ਲਾਉਣ ਤੋਂ ਬਾਅਦ ਵੀ ਤੰਗ ਕਰ ਰਿਹਾ ਸੀ। ਸੋ ਹੁਣ ਤੁਸੀਂ ਜੋ ਸਟੇਟਮੈਂਟ ਤੁਸੀਂ ਹੁਣ ਜੋ ਕਲੇਮ ਕੀਤਾ ਹੈ, ਇਹ ਸੁਣ ਕੇ ਵੀ ਜੇ ਤੁਹਾਨੂੰ ਐਂਟੀ ਨੈਸ਼ਨਲ ਕਹਿਣਗੇ ਤਾਂ ਵੀ ਤੁਹਾਨੂੰ ਗਲਤ ਲੱਗਦੇ ਨੇ ਉਹ? ਦੇਖੋ ਜੀ, ਦੇਸ਼ ਭਗਤ ਨੂੰ ਐਂਟੀ ਨੈਸ਼ਨਲ ਅਕਸਰ ਕਿਹਾ ਜਾਂਦਾ ਹੈ। ਅੱਜ ਸਾਰੇ ਜੈ ਜਵਾਨ ਤੇ ਜੈ ਕਿਸਾਨ, ਜਿਹੜਾ ਇਹਨਾਂ ਦੇ ਨਾਲ ਖੜਾ ਉਹ ਨੈਸ਼ਨਲਿਸਟ ਹੈ, ਜਿਹੜਾ ਇਹਨਾਂ ਦੇ ਅਗੇਂਸਟ ਖੜਾ ਉਹ ਐਂਟੀ ਪਰ ਨੈਸ਼ਨਲ। ਜਿਸ ਸਰਕਾਰ ਨੇ ਜਵਾਨ ਤੇ ਕਿਸਾਨ ਨੂੰ ਆਮੋ ਸਾਹਮਣੇ ਕਰ ਦਿੱਤਾ, ਜਵਾਨ ਕਦੇ ਵੀ ਕਿਸਾਨ ਦੇ ਅਗੇਂਸਟ ਨਹੀਂ ਹੋ ਸਕਦਾ। ਅਸੀਂ ਇਹ 84 ਵੇਲੇ ਵੀ ਦੇਖਿਆ, ਜਦ ਜਵਾਨਾਂ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਗਈ ਪੰਜਾਬ ਦੇ ਖਿਲਾਫ, ਤਾਂ ਉਹਨਾਂ ਨੇ ਆਪਣੀਆਂ ਨੌਕਰੀਆਂ ਛੱਡੀਆਂ, ਹਜ਼ਾਰਾਂ ਦੀ ਗਿਣਤੀ 'ਚ ਨੌਕਰੀਆਂ ਛੱਡੀਆਂ। ਅੱਜ ਉਹਨਾਂ ਦੇ ਹੀ ਮਾਪਿਓ ਬੈਠੇ ਆ ਧਰਨਿਆਂ ਤੇ। ਕੱਲ੍ਹ ਇੱਕ ਬੜਾ ਸੋਹਣਾ ਨਾ, ਮੈਂ ਤੁਹਾਨੂੰ ਦਿਖਾਉਣਾ ਵੀ ਹਾਂ, ਇੱਕ ਬੜਾ ਸੋਹਣਾ ਟਰੈਕਟਰ ਦੇ ਬਾਹਰ ਇੱਕ ਕਿਸੇ ਨੇ ਲਾਇਆ ਹੋਇਆ ਸੀ ਕਿ ਬੜਾ ਦੁੱਖ ਲੱਗਦਾ ਕਿ ਸਾਡੇ ਪੁੱਤ ਫੌਜ 'ਚ ਬੈਠੇ ਆ ਤੇ ਉਹਨਾਂ ਦੇ ਮਾਪਿਓ ਦੂਜੇ ਪਾਸੇ ਧਰਨੇ 'ਚ ਬੈਠੇ ਆ। ਮੈਂ ਜ਼ਰੂਰ ਤੁਹਾਨੂੰ ਇੱਕ ਸੈਕਿੰਡ ਉਹ ਕੱਢ ਕੇ ਵੀ ਦਿਖਾਊਂਗਾ ਕਿ ਮੈਂ ਹੈਰਾਨ ਹੋ ਰਿਹਾ ਸੀ ਕਿ ਇਹ ਅਣਖ ਹੈ ਸਾਡੇ ਪੰਜਾਬ ਦੀ। ਮੈਂ ਚਾਹੂੰਗਾ ਕਿ ਇਧਰ ਤੇ ਇਹ ਦੇਖੀਏ, ਬਾਰਡਰ ਤੇ ਤੈਨਾਤ ਜਵਾਨਾਂ ਉੱਤੇ ਟਰਾਲੀ ਤੇ ਲੱਗਿਆ ਹੋਇਆ ਸੀ। ਬਾਰਡਰ ਤੇ ਤੈਨਾਤ ਜਵਾਨਾਂ ਤੇ ਕੀ ਬੀਤਦੀ ਹੋਵੇਗੀ ਜਦ ਉਹਨਾਂ ਦੇ ਮਾਪਿਓ ਨੂੰ ਆਤੰਕਵਾਦੀ ਕਿਹਾ ਜਾਂਦਾ ਹੈ। ਇੱਕ ਬਾਰਡਰ ਤੇ ਤੈਨਾਤ ਜਵਾਨ ਦੇ ਮਾਪਿਓ ਨੂੰ
ਆਤੰਕਵਾਦੀ ਕਿਹਾ ਜਾ ਰਿਹਾ ਤਾਂ ਉਹ ਜਵਾਨ ਕਦੇ ਵੀ ਆਪਣੇ ਮਾਪਿਓ ਦੇ ਖਿਲਾਫ ਤਾਂ ਨਹੀਂ ਜਾਏਗਾ। ਕਿਸਾਨ ਸਾਰਿਆਂ ਦਾ ਹੀ ਮਾਤਾ ਪਿਤਾ ਹੈ, ਅੰਨਦਾਤਾ ਸਾਰਿਆਂ ਦਾ ਹੀ ਮਾਪਿਓ ਹੈ, ਕੱਲਾ ਸਿਰਫ ਰਿਸ਼ਤੇ ਦਾ ਮਾਪਿਓ ਨਹੀਂ ਹੈ। ਸਾਡੇ ਲਈ ਸਾਡੇ ਮਾਤਾ ਪਿਤਾ, ਸਾਡੇ ਦਾਦੇ ਦਾਦੀਆਂ ਦੇ ਉਹ ਬਰਾਬਰ ਹੈ ਤੇ ਮੈਨੂੰ ਲੱਗਦਾ ਇਸ ਤੋਂ ਵੱਡੀ ਦੇਸ਼ ਭਗਤੀ ਕੋਈ ਨਹੀਂ ਹੋ ਸਕਦੀ ਕਿਸਾਨਾਂ ਦਾ ਸਾਥ ਦੇਣਾ ਇਸ ਵੇਲੇ। ਅਕਸਰ ਨਾ ਪੰਜਾਬ ਦੇ ਯੂਥ ਨੂੰ ਸੀਰੀਅਸਲੀ ਨਹੀਂ ਲਿਆ ਗਿਆ, ਤੁਹਾਨੂੰ ਵੀ ਪਤਾ ਹੋਣਾ ਅਕਸਰ ਜਦੋਂ ਪੰਜਾਬੀਆਂ ਦੀ ਗੱਲ ਹੋਈ ਨਸ਼ੇੜੀ, ਭਿਅੱਕੜ ਜਾਂ ਮਜ਼ਾਕ ਮਖੌਲ ਜੋਕਸ ਬੰਦੇ ਰਹੇ ਨੇ ਸਾਡੇ ਤੇ, ਪਰ ਅੱਜ ਜਦੋਂ ਪੰਜਾਬ ਦਾ ਇਹ ਨੌਜਵਾਨ ਸਟੇਜ ਤੇ ਖੜ ਕੇ ਸਪੀਚ ਦਿੰਦਾ ਤਾਂ ਕਿੰਨਿਆਂ ਦੇ ਕੰਨ ਖੁੱਲਦੇ ਨੇ? ਸਾਰਿਆਂ ਦੇ ਖੁੱਲ੍ਹਦੇ ਆ ਜੀ। ਕੱਲ ਮੈਂ ਇਸ ਸਟੇਜ ਤੇ ਵੀ ਇੱਕ ਗੱਲ ਕਹੀ ਸੀ ਕਿ ਇਹ ਜੰਗ ਜਿਹੜੀ ਹੈ ਨਾ ਇਹ ਕਿਰਦਾਰ ਦੀ ਹੈ। ਇਹ ਦੋ ਕਿਰਦਾਰਾਂ ਦੇ ਆਪਸੀ ਜੰਗ ਹੈ। ਇੱਕ ਕਿਰਦਾਰ ਉਹ ਹੈ ਜਿਹੜਾ ਗੰਗੂ ਦਾ ਕਿਰਦਾਰ ਹੈ, ਜਿਹੜਾ ਚੰਦ ਸਿੱਕਿਆਂ ਤੇ ਪੈਸਿਆਂ ਤੇ ਵਿਕ ਜਾਂਦਾ ਹੈ, ਤੇ ਇੱਕ ਕਿਰਦਾਰ ਹੈ ਸਾਹਿਬਜ਼ਾਦਾ ਫਤਿਹ ਸਿੰਘ ਦਾ, ਜਿਹੜਾ 7 ਸਾਲ ਦੀ ਉਮਰ 'ਚ ਵੀ ਹਰ ਪਦਵੀ ਨੂੰ, ਹਰ ਮੈਡਲ ਨੂੰ ਠੋਕਰ ਮਾਰਦਾ ਹੈ, ਹਰ ਦੌਲਤ ਸ਼ੋਹਰਤ ਨੂੰ ਠੋਕਰ ਮਾਰਦਾ ਹੈ। ਇਹ ਉਹ ਕਿਰਦਾਰਾਂ ਦੀ ਲੜਾਈ ਹੈ ਤੇ ਪੰਜਾਬ ਦੇ ਕਿਰਦਾਰ ਦਾ ਫੈਸਲਾ ਹੈ ਤੇ ਜਿੰਨੀਆਂ ਵੱਧ ਤੋਂ ਵੱਧ ਐਗਜ਼ਾਮਪਲ ਸੈੱਟ ਹੋਣਗੀਆਂ ਉਹਨਾਂ ਬੈਨੀਫਿਟ ਮਿਲੇਗਾ। ਕੱਲ ਮੈਂ ਕੀਤਾ ਹੈ, ਉਸ ਤੋਂ ਬਾਅਦ 18-19 ਨੈਸ਼ਨਲ ਯੂਥ ਅਵਾਰਡਸ ਨੇ ਡਿਸਾਈਡ ਕਰ ਲਿਆ ਕਿ ਅਸੀਂ ਆਪਣੇ ਅਵਾਰਡਸ ਵਾਪਸ ਤੁਹਾਡੇ ਡਿਸਾਈਡ ਕਰਨ ਤੋਂ ਬਾਅਦ ਜੀ, ਮੇਰੇ ਡਿਸਾਈਡ ਕਰਨ ਤੋਂ ਬਾਅਦ 18-19 ਨੈਸ਼ਨਲ ਅਵਾਰਡ ਵਿਨਰ, ਨੈਸ਼ਨਲ ਯੂਥ ਅਵਾਰਡ ਸਪੈਸੀਫਿਕਲੀ, ਉਹ ਕੱਲ ਪ੍ਰੈਸ ਕਾਨਫਰੰਸ ਕਰਕੇ ਕਰ ਰਿਹਾ ਹੈ। ਅਰਜੁਨ ਅਵਾਰਡਸ ਕਰ ਰਿਹਾ ਹੈ, ਪਦਮ ਸ਼੍ਰੀ ਕਰ ਰਿਹਾ ਹੈ, ਸਾਹਿਤ ਅਵਾਰਡ ਵਾਪਸ ਹੋ ਰਿਹਾ ਹੈ। ਸੋ ਇਹ ਕਲੀਅਰ ਹੈ, ਸਰਕਾਰ ਤੱਕ ਮੈਸੇਜ ਹੈ ਕਿ ਹੁਣ ਅਸੀਂ ਉਹ ਮੈਡਲਾਂ ਸਿੱਕਿਆਂ ਤੇ ਵਿਕਣ ਵਾਲੀ ਕੌਮ ਪਹਿਲਾਂ ਵੀ ਨਹੀਂ ਸੀ ਤੇ ਹੁਣ ਵੀ ਕੋਸ਼ਿਸ਼ ਨਾ ਕਰਨ ਕਿ ਅਸੀਂ ਹੋਵਾਂਗੇ। ਠੀਕ ਹੈ, ਨੌਜਵਾਨ ਕੀ ਸੋਚਦਾ ਹੈ? ਨੌਜਵਾਨਾਂ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਸੀ, ਆਵਾਜ਼ ਚੁੱਕਣੀ ਬਹੁਤ ਜ਼ਰੂਰੀ ਸੀ। ਜਿਸ ਨੌਜਵਾਨ ਨੂੰ ਸੀਰੀਅਸਲੀ ਨਹੀਂ ਲਿਆ ਜਾਂਦਾ ਸੀ, ਅੱਜ ਉਸ ਨੌਜਵਾਨ ਨੂੰ ਸੁਣਨ ਦੇ ਲਈ ਦੁਨੀਆ ਤਰਸ ਰਹੀ ਹੈ। ਬਿਲਕੁਲ, ਜਿਵੇਂ ਅਸੀਂ ਦੇਖਦੇ ਹਾਂ ਨਾ ਕਿ ਇਲੈਕਸ਼ਨਸ ਵੇਲੇ ਵੀ ਨੌਜਵਾਨਾਂ ਦੇ ਸਿਰ ਤੇ ਹੀ ਸਾਰੇ ਇਲੈਕਸ਼ਨ ਜਿੱਤੇ ਜਾਂਦੇ ਆ, ਉਹਨਾਂ ਦੇ ਥਰੂ ਹੀ ਰੈਲੀਜ਼ ਹੁੰਦੀਆਂ ਨੇ, ਜਿੰਨੀ ਵੀ ਉਹਨਾਂ ਦੀ ਪਬਲਿਸਿਟੀ ਹੁੰਦੀ ਹੈ ਨੌਜਵਾਨਾਂ ਦੇ ਨਾਂ ਤੇ ਹੀ ਹੁੰਦੀ ਹੈ। ਜੇ ਉਹ ਸਾਡੇ ਤੋਂ ਇੱਕ ਇਲੈਕਸ਼ਨ ਜਿੱਤਣ ਦਾ ਦਮ ਰੱਖਦੇ ਆ ਤੇ ਉਹ ਐ ਭੁੱਲ ਗਿਆ ਕਿ ਅਸੀਂ ਹੀ ਨੌਜਵਾਨ ਨੇ ਜਿਹੜਾ ਉਹਨਾਂ ਨੂੰ ਜਿਤਾਇਆ ਸੀਗਾ ਤੇ ਅਸੀਂ ਨੌਜਵਾਨ ਹੁਣ ਕਿਸਾਨਾਂ ਦੇ ਨਾਲ ਹੈਗੇ ਆ, ਕਿਉਂਕਿ ਅਸੀਂ ਅੱਜ ਦੇ ਇਸ ਸੁਸਾਇਟੀ ਦੇ ਨੌਜਵਾਨ ਹੈਗੇ ਆ ਜਿਹੜੇ ਅਗਲੇ ਆਉਣ ਵਾਲੇ ਫਿਊਚਰ ਦੇ ਫੇਸ ਬਣਨਾ। ਤੇ ਉੱਥੇ ਦੇਖਣ ਨੂੰ ਅਸੀਂ ਇਹ ਦੇਖਦੇ ਆ ਕਿ ਸਾਡੇ ਦਾਦੇ ਵਰਗੇ ਏਜ ਦੇ ਬੰਦੇ ਬੈਠੇ ਹੋਏ ਤੇ ਅਸੀਂ ਨੌਜਵਾਨ ਕਿਉਂ ਨਹੀਂ ਹੈਗੇ। ਤੇ ਅਸੀਂ ਬਿਲਕੁਲ ਜਿਹੜੇ ਫਿਜ਼ੀਕਲੀ ਵੀ ਉੱਥੇ ਪ੍ਰੈਜ਼ੈਂਸ ਨਹੀਂ ਹੋ ਪਾ ਰਹੇ ਆ, ਉਹ ਵੀ ਸੋਸ਼ਲ ਮੀਡੀਆ ਦੇ ਰਾਹੀਂ ਹੀ ਉਹਨਾਂ ਦੇ ਨਾਲ ਜੁੜੇ ਹੋਏ ਨੇ। ਤੇ ਬਾਕੀ ਕਾਫੀ ਜਿਵੇਂ ਦੇਖਦੇ ਆ ਕਿ ਦਿੱਲੀ ਦੇ ਵਿੱਚ ਬਾਰਡਰ ਤੇ ਭਾਵੇਂ ਉੱਥੇ ਦਿੱਲੀ ਤੋਂ ਬਾਹਰ ਨਹੀਂ ਆਉਣ ਦੇੜੇ, ਪਰ ਉੱਥੇ ਦੇ ਸਟੂਡੈਂਟਸ ਫਿਰ ਵੀ ਉਹਨਾਂ ਦੀ ਕਿਸਾਨਾਂ ਦੀ ਹੈਲਪ ਕਰ ਰਹੇ, ਮੈਡੀਸਨ ਚਾਹੀਦੀ ਉਹਨਾਂ ਨੂੰ, ਕਿਸੇ ਵੀ ਤਰ੍ਹਾਂ ਦੀ ਹੈਲਪ ਹੋ ਰਹੀ ਆ। ਉੱਧਰ ਦੇ ਦਿੱਲੀ ਦੇ ਸਟੂਡੈਂਟਸ ਆ ਰਹੇ ਆ ਜਿਹੜੇ ਦਿੱਲੀ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਨੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਸਟੂਡੈਂਟਸ ਜਿੰਨਾ ਵੀ ਹੈਗਾ ਨਾਲ ਹੈਗਾ ਕਿਸਾਨਾਂ ਦੇ, ਤੇ ਸਾਰਾ ਯੰਗਸਟਰਸ ਕਿਸਾਨਾਂ ਦੇ ਨਾਲ ਹੀ ਹੈਗਾ। ਦਿੱਲੀ ਦੇ ਵਿੱਚ ਜਿਹੜੇ ਧਰਨੇ ਤੇ ਬੈਠੇ ਨੇ, ਕੇਂਦਰ ਨੇ ਉਹਨਾਂ ਨੂੰ ਅਪੀਲ ਕਰ ਦਿੱਤੀ ਕਿ ਆਪਣੇ ਬੱਚਿਆਂ ਨੂੰ, ਆਪਣੀਆਂ ਮਾਵਾਂ ਨੂੰ, ਬਜ਼ੁਰਗਾਂ ਨੂੰ ਇੱਥੋਂ ਘਰੇ ਵਾਪਸ ਭੇਜ ਦਿਓ। ਇਨਡਾਇਰੈਕਟਲੀ ਉਹ ਇਹ ਕਹਿਣ ਦੀ ਸ਼ਾਇਦ ਕੋਸ਼ਿਸ਼ ਕਰ ਰਹੇ ਹੋਣੇ ਨੇ ਕਿ ਸੇਫ ਨਹੀਂ ਹੈਗੇ ਉਹ, ਜਾਂ ਹੈ ਨਾ ਸ਼ਰਾਰਤੀ ਅਨਸਰ ਵੀ ਫੜੇ ਗਏ ਨੇ। ਉਹ ਬੜੀ ਸੋਹਣੀ ਗੱਲ ਹੁੰਦੀ ਹੈ ਕਿ ਬੱਚਿਆਂ ਤੇ ਮਾਵਾਂ ਤੇ ਲਾਠੀਆਂ ਨਹੀਂ ਚਲਾਈਆਂ ਜਾ ਸਕਦੀਆਂ। ਜੇ ਚੱਲਣਗੀਆਂ ਤਾਂ ਸਰਕਾਰਾਂ ਗਿਰਨਗੀਆਂ ਤੇ ਐਸੇ ਗੱਲ ਦੀ ਤਕਲੀਫ ਹੈ ਕਿ ਇਹ ਕਿਉਂ ਬੈਠੀਆਂ, ਇਹ ਬੱਚੇ ਕਿਉਂ ਬੈਠੇ ਆ, ਇਹਨਾਂ ਤੇ ਅਸੀਂ ਹਮਲਾ ਕਰ ਨਹੀਂ ਸਕਦੇ। ਤੇ ਸਟੇਟ ਮਿਲਟਰੀ ਤੋਂ, ਸਟੇਟ ਪੁਲਿਸ ਤੋਂ ਨਾ ਮਰਦਾਂ ਤੇ ਹਮਲੇ ਕਰਾਣੇ ਬੜੇ ਸੌਖੇ ਆ। ਸੋ ਉਹ ਕੰਮ ਉਹ ਕਰਨਾ ਚਾਹੁੰਦੇ ਆ ਤੇ ਉਹ ਹੋਣਾ ਨਹੀਂ, ਕਿਉਂਕਿ ਮਾਵਾਂ, ਜਦ ਅਸੀਂ ਖਨੌਰੀ ਬਾਰਡਰ ਸੀਗੇ ਤੇ ਮੈਂ ਮਾਵਾਂ ਨੂੰ ਪੁੱਛਿਆ, ਇੱਕ ਮਾਂ ਨੇ ਮੈਨੂੰ ਆ ਕੇ ਕਿਹਾ, ਪੁੱਤ ਤੂੰ ਕਿੱਥੋਂ ਆਇਆ? ਮੈਂ ਕਿਹਾ ਮੈਂ ਲੁਧਿਆਣੇ ਤੋਂ ਆਇਆ। ਕਹਿੰਦੇ ਪੜ੍ਹਦਾ? ਮੈਂ ਕਿਹਾ ਹਾਂਜੀ ਪੜ੍ਹਦਾ ਹੀ ਆ। ਕਹਿੰਦੇ ਪੁੱਤ ਤੂੰ ਇੱਥੇ ਨਾ ਆ। ਮੈਂ ਕਿਹਾ ਕਿਉਂ? ਕਹਿੰਦੇ ਪੁੱਤ ਤੇਰੀ ਪੜ੍ਹਨ ਦੀ ਉਮਰ ਹੈ, ਤੁਸੀਂ ਸ਼ਹਿਰਾਂ ਦੇ ਹੋ, ਤੁਸੀਂ ਜਾਓ, ਤੁਸੀਂ ਚਿੰਤਾ ਨਾ ਕਰੋ, ਅਸੀਂ ਤੁਹਾਡੇ ਵੀ ਹੱਕ ਲੈ ਕੇ ਆਵਾਂਗੇ। ਉਹ 70-80 ਸਾਲ ਦੀ ਬਜ਼ੁਰਗ ਮਾਂ ਨੇ ਉਹ ਜਦ ਕਿਹਾ ਨਾ, ਮੇਰੇ ਅੱਖਾਂ 'ਚ ਅੱਥਰੂ ਆ ਗਏ। ਤੇ ਜਿੰਨੀ ਅਣਖ, ਜਿੰਨਾ ਜਜ਼ਬਾ ਹੋਣਾ ਚਾਹੇ, ਇਹ ਭੁੱਲ ਜਾਈਏ ਅਸੀਂ ਕਿ ਪੰਜਾਬ 'ਚ ਇਕੱਲੇ ਗੁਰੂਆਂ ਦੇ ਸਿੱਖ ਵਸਦੇ ਹੈ ਤੇ ਉਹ ਹੈ, ਤੇ ਮਾਤਾ ਗੁਜਰ ਕੌਰ ਦੀਆਂ ਵਾਰਸਾਂ ਵੀ ਵਸਦੀਆਂ, ਮਾਈ ਭਾਗੋ ਦੀ ਵਾਰਸਾਂ ਤੇ ਵਾਰਸ ਨੇ, ਤੇ ਇਹ ਇੱਦਾਂ ਹਟਣਗੀਆਂ ਨਹੀਂ ਪਿੱਛੇ। ਪਰ ਆਪਾਂ ਬਹੁਤ ਵਾਰ ਦੇਖਿਆ ਕਮਿਊਨਲ ਬਿਆਨ ਸਾਹਮਣੇ ਆ ਰਹੇ ਨੇ। ਯੋਗਰਾਜ ਸਿੰਘ ਜੀ ਪਹਿਲਾਂ ਕਹਿੰਦੇ ਨੇ ਕਿ ਇਹ ਹਿੰਦੂ ਸਾਡੇ ਦੁਸ਼ਮਣ ਨੇ, ਇਹਨਾਂ ਤੋਂ ਬਚੋ, ਹਿੰਦੂ ਔਰਤਾਂ ਤੇ ਬੜੀ ਭੱਦੀ ਸ਼ਬਦਾਵਲੀ ਵਰਤੀ ਗਈ ਹੈ ਨਾ, ਤੇ ਕਮਿਊਨਲ ਕਿਉਂ ਹੋ ਰਹੇ ਨੇ? ਨਹੀਂ ਹੋ ਰਹੇ ਜੀ, ਇਹ ਉੱਥੇ ਕੋਈ ਕਮਿਊਨਲ ਨਹੀਂ ਹੋ ਰਿਹਾ। ਕੁਝ ਚਿਹਰੇ ਜੋ ਮਰਜ਼ੀ ਕਹੀ ਜਾਣ, ਉੱਥੇ ਕੋਈ ਕਮਿਊਨਲ ਨਹੀਂ ਹੈ। ਉੱਥੇ ਹਰਿਆਣਵੀ ਜਿਹੜੇ ਹੈਗੇ ਉਹ ਸਾਰੇ ਹੀ ਹਿੰਦੂ ਹੈ, ਹਰਿਆਣਵੀ 90% ਹਿੰਦੂ ਹੀ ਹੈ ਤੇ ਉਹ ਸਾਰੇ ਜਿੰਨਾ ਪਿਆਰ ਕਰ ਰਹੇ, ਜਫੀਆਂ ਪਾਪਾ ਸਿੱਖਾਂ ਦੇ ਨਾਲ ਖੜ ਰਹੇ ਹੈ। ਸਿੱਖਾਂ ਦੇ ਵਿੱਚ ਵੀ ਸਾਰੇ ਸਿੱਖ ਨਹੀਂ ਹੈ, ਇਟਸ ਲਾਈਕ ਪੰਜਾਬੀਆਂ ਦੇ ਵਿੱਚ ਵੀ ਸਾਰੇ ਸਿੱਖ ਨਹੀਂ ਹੈ। 70% ਸਿੱਖ ਹੋਣਗੇ, 30% ਹਿੰਦੂ ਵੀ ਹੈਗੇ ਆ। ਦਿੱਲੀ ਦੇ ਕਮਿਊਨਿਸਟ ਸਟੂਡੈਂਟਸ ਜਿਹੜੇ ਕਿਸੇ ਵੀ ਧਰਮ ਦੇ ਨਹੀਂ ਹੈ, ਐਥੀਸਟ ਹੈ, ਉਹ ਦਿਨ ਰਾਤ ਉੱਤੇ ਗੀਤ ਗਾ ਰਹੇ ਆ। ਪੰਜਾਬ ਯੂਨੀਵਰਸਿਟੀ ਦੇ ਕਮਿਊਨਿਸਟ ਸਟੂਡੈਂਟਸ SFS ਆਰਗੇਨਾਈਜੇਸ਼ਨ ਦੇ ਉੱਤੇ ਰੋਜ਼ ਗੀਤ ਲਿਖਦੇ ਆ, ਰੋਜ਼ ਗੀਤ ਗਾਉਂਦੇ ਆ। ਇਹ ਭਗਤ ਸਿੰਘ ਦੀ ਸੰਸਥਾ ਵਾਂਗੂ ਹੈ, ਇਹ HSRA ਵਾਂਗੂ ਹੈ ਕਿ ਇੱਥੇ ਕੋਈ ਧਰਮ ਮੈਟਰ ਹੀ ਨਹੀਂ ਕਰਦਾ। ਗੌਰਵ, ਕੇਂਦਰ ਬਾਰ-ਬਾਰ ਬੇਸਿੱਟਾ ਮੀਟਿੰਗਾਂ ਕਰਕੇ ਕੀ ਪ੍ਰੂਵ ਕਰਨਾ ਚਾਹੁੰਦਾ? ਕੀ ਲੱਗਦਾ ਤੁਹਾਨੂੰ? 9 ਨੂੰ ਇੱਕ ਹੋਰ ਮੀਟਿੰਗ ਹੋਣੀ ਹੈ। ਹੁਣ ਇੱਕੋ ਇੱਕ ਮੰਗ ਹੈ ਕਿਸਾਨਾਂ ਦੀ, ਸਾਨੂੰ ਕੁਝ ਨਹੀਂ ਚਾਹੀਦਾ ਘੱਟ, ਸਾਨੂੰ ਸਿਰਫ ਇਹ ਤਿੰਨੋਂ ਬਿੱਲ ਰੱਦ ਚਾਹੀਦੇ ਨੇ, ਪਰ ਉਹ ਰੱਦ ਨਹੀਂ ਕਰ ਰਹੇ, ਅਮੈਂਡਮੈਂਟ ਕਰ ਰਹੇ। ਉਹ ਟਾਈਮ ਟਪਾਉਣਾ ਚਾਹ ਰਹੇ ਆ।
ਤੇ ਮੇਰੀ ਨਾ ਸਾਰੇ ਭਰਾਵਾਂ ਨੂੰ ਇੱਕ ਬੇਨਤੀ ਹੈ ਤੇ ਸਰਕਾਰ ਨੂੰ ਵੀ ਮੀਡੀਆ ਰਾਹੀਂ ਇੱਕ ਬੇਨਤੀ ਹੈ ਕਿ ਜੇ ਉੱਥੇ ਕੁਝ ਵੀ ਗਲਤ ਹੁੰਦਾ ਹੈ ਨਾ ਤਾਂ ਜ਼ਿੰਮੇਵਾਰ ਸਰਕਾਰ ਹੋਏਗੀ, ਕਿਉਂਕਿ ਕਿਸਾਨ ਹਾਲੇ ਤੱਕ ਪੀਸਫੁਲ ਹੈ। ਇਹ ਉਦਾਹਰਨ ਹੈ 12 ਦਿਨ ਚ ਮਿਲੀ ਹੋਈ ਕਿ ਕਿਸਾਨ ਇਸ ਪ੍ਰੋਟੈਸਟ ਨੂੰ ਪੀਸਫੁਲੀ ਕਰ ਰਿਹਾ। ਜੇ ਉਹਨਾਂ ਨੇ ਕੋਈ ਗਲਤ ਕੰਮ ਕਰਨਾ ਹੁੰਦਾ ਤਾਂ ਹੁਣ ਤੱਕ ਹੋ ਚੁੱਕਾ ਹੁੰਦਾ। 12 ਦਿਨ ਚ ਉੱਥੇ ਸਭ ਕੁਝ ਪੀਸਫੁਲੀ ਹੋਇਆ ਹੈ। ਹੁਣ ਜੇ ਕੁਝ ਹੁੰਦਾ ਹੈ ਤਾਂ ਉਹ ਕਿਸਾਨ ਨਹੀਂ ਕਰ ਰਹੇ ਹੋਣਗੇ, ਇਹ ਕਲੀਅਰ ਹੈ, ਕਿਉਂਕਿ ਸਰਕਾਰਾਂ ਉਡੀਕ ਕਰ ਰਹੀਆਂ ਹੁੰਦੀਆਂ ਕਿ ਕਦ ਵਿੱਚ ਕੋਈ ਸ਼ਰਾਰਤੀ ਅਨਸਰ ਆਏ ਤੇ ਕੁਝ ਗਲਤ ਹੋ ਜੇ। ਕਿਸਾਨਾਂ ਨੇ ਨਹੀਂ ਕਰਨਾ। ਹੁਣ ਜੇ ਸ਼ਰਾਰਤੀ ਅਨਸਰ ਆ ਕੇ ਕੁਝ ਕਰਦੇ ਤਾਂ ਜ਼ਿੰਮੇਵਾਰ ਸਰਕਾਰ ਹੋਏਗੀ। ਇਹਨੂੰ ਸਿਰਫ ਐਵੇਂ ਡਿਲੇ ਕੀਤਾ ਜਾ ਰਿਹਾ ਜਸਟ ਸੋ ਦੈਟ ਉੱਥੇ ਕੁਝ ਹਫੜਾ ਤਫਰੀ ਹੋਏ ਤੇ ਐਕਸ਼ਨ ਲੈਣ ਦਾ ਮੌਕਾ ਮਿਲ ਜਾਏ। ਸਰਕਾਰਾਂ ਜੋ ਮਰਜ਼ੀ ਕਹਿ ਲੈਣ, ਤਿੰਨੇ ਕਾਨੂੰਨ ਚੂਰੋ ਚੂਰ, ਇਹ ਤੋਂ ਘੱਟ ਨਹੀਂ ਕੁਝ ਮਨਜ਼ੂਰ, ਉੱਥੇ ਦਾ ਨਾਰਾ ਤੇ ਇਸ ਨਾਰੇ ਤੇ ਹੀ ਸਾਰੇ ਚੱਲ ਰਹੇ ਆ। UN ਦੇ ਚੀਫ ਸਪੋਕਸਪਰਸਨ ਪ੍ਰਾਈਮ ਮਿਨਿਸਟਰ ਕੈਨੇਡਾ ਦੇ ਜਸਟਿਨ ਟਰੂਡੋ, UK ਦੇ 36 ਪਾਰਲੀਮੈਂਟੇਰੀਅਨਸ, ਉਹਨਾਂ ਨੇ ਕਹਿ ਦਿੱਤਾ ਕਿ ਇਹ ਜੋ ਭਾਰਤ ਦੇ ਵਿੱਚ ਲੋਕਤੰਤਰ ਦਾ ਘਾਣ ਹੋਇਆ ਹੈ, ਇਸ ਤੋਂ ਵੱਧ ਨਿੰਦਿਆਜਨਕ ਹੋਰ ਕੁਝ ਨਹੀਂ ਹੋ ਸਕਦਾ। ਮੈਨੂੰ ਲੱਗਦਾ ਬਹੁਤ ਸੋਹਣੀ ਗੱਲ ਹੈ ਆਪਣੇ ਆਪ ਵਿੱਚ ਕਿ ਜਿੰਨਾ ਹੁੰਗਾਰਾ, ਜਿੰਨਾ ਪਿਆਰ ਪੂਰੀ ਦੁਨੀਆ ਤੋਂ ਮਿਲ ਰਿਹਾ ਹੈ ਕਿਸਾਨਾਂ ਨੂੰ ਤੇ ਸਾਰੇ ਪੰਜਾਬੀ ਤੇ ਹਰਿਆਣਵੀ ਭਰਾਵਾਂ ਨੂੰ, ਹੈ ਨਾ, ਉੱਥੇ ਬੈਠਿਆਂ ਨੂੰ, ਸੰਘਰਸ਼ ਨੂੰ ਇੰਨਾ ਪਿਆਰ ਮਿਲ ਰਿਹਾ ਤੇ ਜਿਹੜੇ ਵੀ ਸਰਕਾਰੀ ਹੈ ਜਾਂ ਕੋਈ ਵੀ ਐਲੀਮੈਂਟਸ ਹੈ ਜਿਹੜੇ ਇਹਨੂੰ ਖਾਲਿਸਤਾਨੀ ਜਾਂ ਕਿਸੇ ਵੀ ਟੈਗ ਨਾਲ ਜੋੜ ਰਹੇ ਹੈ, ਉਹਨਾਂ ਨੂੰ ਉਹਨਾਂ ਦੇ ਮੂੰਹ ਤੇ ਹੀ ਚਪੇੜਾ ਮਿਲ ਰਹੀਆਂ ਕਿ ਇਹ ਕਿਸੇ ਖਾਲਿਸਤਾਨ ਜਾਂ ਕਿਸੇ ਹੋਰ ਚੀਜ਼ ਦੀ ਗੱਲ ਤਾਂ ਹੋ ਹੀ ਨਹੀਂ ਰਹੀ ਜਦ ਇੰਨੀ ਸਾਰੀ ਦੁਨੀਆ ਇਹਨੂੰ ਸਪੋਰਟ ਕਰ ਰਹੀ ਹੈ ਨਾ। ਤਾਂ ਸਾਰੀ ਸਟੇਟਸ ਤੋਂ ਕਿਸਾਨ ਵੀ ਉੱਥੇ ਆ ਰਹੇ ਹੈ, ਤਾਂ ਬੇਵਕੂਫ ਤਾਂ ਉਹੀ ਹੋਏ ਨਾ ਜਿਹੜੇ ਇਹਨੂੰ ਕੋਈ ਟੈਗ ਦੇ ਰਹੇ ਹੈ ਜਦ ਸਾਰੀ ਸੱਚਾਈ ਸਾਹਮਣੇ ਇਸ ਟਾਈਮ ਸਾਰਾ ਕੁਝ ਲਾਈਵ ਉੱਥੋਂ ਦੀ ਦਿਖਾਇਆ ਜਾ ਰਿਹਾ ਹੈ। ਸੋ ਨੈਸ਼ਨਲ ਯੂਥ ਅਵਾਰਡ ਵਾਪਸ ਕਰਨਾ ਗੌਰਵ, ਹਾਲੇ ਵੀ ਕੋਈ ਦੋ ਰਾਏ ਹੈਗੀ ਹੈ? ਰਾਏ ਕਾਦੀ ਹੈ ਜੀ? ਇਹ ਡਿਕਲੇਅਰ ਹੋ ਗਿਆ, ਡਿਪਟੀ ਕਮਿਸ਼ਨਰ ਨੂੰ ਦੇਣ ਚੱਲੇ ਆ ਸਵੇਰੇ। ਕੱਲ ਅੱਜ ਉਹ ਐਤਵਾਰ ਸੀ, ਨਹੀਂ ਤਾਂ ਅੱਜ ਸਵੇਰੇ ਹੀ ਦੇ ਦੇਣਾ ਸੀ। ਕੱਲ ਸਵੇਰੇ 10 ਵਜੇ ਡਿਪਟੀ ਕਮਿਸ਼ਨਰ ਨੂੰ ਅਵਾਰਡ ਵਾਪਸ ਕਰਕੇ ਚਿੱਠੀ ਲਿਖ ਚੁੱਕੇ ਆ ਪ੍ਰਧਾਨ ਮੰਤਰੀ ਨੂੰ, ਤੇ ਪ੍ਰਧਾਨ ਮੰਤਰੀ ਦੀ ਚਿੱਠੀ ਵੀ ਕੱਲ ਮੈਂ ਮੀਡੀਆ ਰਾਹੀਂ ਪੜ੍ਹੀ ਸੀ, ਲੋਕਾਂ ਅੱਗੇ ਦਿਖਾਈ ਸੀ ਉਹ ਚਿੱਠੀ ਵੀ, ਤੇ ਉਹ ਚਿੱਠੀ ਲਿਖ ਕੇ ਡਿਸਾਈਡ ਹੋ ਚੁੱਕਾ ਹੈ। ਮੈਂ ਪੜ੍ਹ ਕੇ ਸੁਣਾਵਾਂ ਜੀ? ਸੋ ਮੈਂ ਆਈ ਵੁੱਡ ਡੈਫੀਨੇਟਲੀ ਵਾਂਟ ਕਿ ਲੋਕਾਂ ਨੂੰ ਪਤਾ ਇਹ ਚੱਲਣਾ ਜ਼ਰੂਰੀ ਹੈ ਕਿ ਸਾਡੇ ਪ੍ਰਾਈਮ ਮਿਨਿਸਟਰ ਤੱਕ ਹੁਣ ਆਵਾਜ਼ ਪਹੁੰਚਾਉਣ ਤੋਂ ਸਾਡਾ ਨੌਜਵਾਨ ਨਹੀਂ ਡਰ ਰਿਹਾ, ਕਿਉਂਕਿ ਦੇਸ਼ ਦੀ ਗੱਲ ਹੈ ਤੇ ਜਿੱਥੇ ਦੇਸ਼ ਦੀ ਗੱਲ ਹੁੰਦੀ ਹੈ ਉੱਥੇ ਡਰਨ ਦੀ ਲੋੜ ਵੀ ਨਹੀਂ ਹੈ ਸਾਨੂੰ ਸਾਰਿਆਂ ਨੂੰ। ਅਸੀਂ ਆਪਣਾ ਦੇਸ਼ ਬਚਾਉਣ ਲਈ ਅੱਗੇ ਵਧ ਰਹੇ ਹਾਂ। ਸੋ ਪ੍ਰਧਾਨ ਮੰਤਰੀ ਨੂੰ ਜੋ ਮੈਂ ਚਿੱਠੀ ਲਿਖੀ ਹੈ, ਸ਼੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਭਾਰਤ ਸਰਕਾਰ ਵੱਲੋਂ ਦਿੱਤਾ ਰਾਸ਼ਟਰੀ ਪੁਰਸਕਾਰ ਵਾਪਸ ਕਰਨ ਸੰਬੰਧੀ। ਸ਼੍ਰੀਮਾਨ ਜੀ, 6 ਸਾਲ ਭਾਰਤ ਚੋਣ ਕਮਿਸ਼ਨ ਦੇ ਨਾਲ ਪੰਜਾਬ ਤੇ ਦਿੱਲੀ ਵਿੱਚ ਵੋਟਰ ਜਾਗਰੂਕਤਾ ਦਾ ਕੰਮ ਕਰਨ ਤੋਂ ਬਾਅਦ ਤੁਹਾਡੀ ਸਰਕਾਰ ਵੱਲੋਂ ਮੈਨੂੰ 2018 ਵਿੱਚ ਭਾਰਤੀ ਰਾਸ਼ਟਰੀ ਯੁਵਾ ਪੁਰਸਕਾਰ ਦਿੱਤਾ ਗਿਆ। ਪਰ ਪਿਛਲੇ ਕੁਝ ਸਾਲਾਂ ਤੋਂ ਇਹ ਸਰਕਾਰ ਨੇ ਆਪਣੇ ਵੋਟਰਾਂ ਲਈ ਕੰਮ ਕਰਨ ਦੀ ਥਾਂ ਆਪਣੇ ਕਾਰਪੋਰੇਟ ਮਿੱਤਰਾਂ ਲਈ ਹੀ ਕੰਮ ਕੀਤਾ ਹੈ। ਮਨੁੱਖੀ ਅਧਿਕਾਰਾਂ ਤੇ ਲਗਾਤਾਰ ਹਮਲੇ ਹੋ ਰਹੇ ਨੇ ਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ਾਂ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਕਿਸੇ ਵੀ ਲੋਕਤੰਤਰ ਦਾ ਸਭ ਤੋਂ ਵੱਡਾ ਅੰਗ ਹੁੰਦਾ ਹੈ ਆਵਾਜ਼ ਚੁੱਕਣ ਦਾ, ਪਰ ਪਿਛਲੇ 1 ਸਾਲ ਤੇ ਹੁਣ ਪਿਛਲੇ ਕੁਝ ਸਮੇਂ ਦੇ ਵਿੱਚ ਸ਼ਾਂਤੀਪੂਰਨ ਢੰਗ ਨਾਲ ਆਪਣਾ ਵਿਰੋਧ ਜ਼ਾਹਰ ਕਰਨ ਵਾਲਿਆਂ ਤੇ ਸਰਕਾਰੀ ਪੁਲਿਸ ਤੇ ਨੇ ਬੇਸ਼ਰਮੀ ਨਾਲ ਹਮਲੇ ਕੀਤੇ ਜਾ ਰਹੇ ਨੇ। ਆਪਣੇ ਹੀ ਦੇਸ਼ ਦੀ ਰਾਜਧਾਨੀ ਵਿੱਚ ਆਪਣੇ ਹੀ ਦੇਸ਼ ਦੇ ਕਿਸਾਨ ਨੂੰ ਵੜਨ ਤੋਂ ਰੋਕਿਆ ਜਾਣਾ ਬੜਾ ਮੰਦਭਾਗਾ ਹੈ। ਤੁਹਾਡੀ ਸਰਕਾਰ ਆਪਣੇ ਹੀ ਕਿਸਾਨਾਂ ਨਾਲ ਮਤਰੇਆ ਸਲੂਕ ਕਰਕੇ ਉਹਨਾਂ ਨੂੰ ਦੇਸ਼ ਦਾ ਦੁਸ਼ਮਣ ਦਿਖਾਉਣ 'ਚ ਲੱਗੀ ਹੈ। ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਕਰਕੇ ਕੀਤੀ ਮੇਰੀ ਮਿਹਨਤ ਤੇ ਮੇਰੇ ਸਾਥੀਆਂ ਦੀ ਮਿਹਨਤ ਅੱਜ ਮੈਨੂੰ ਮਿੱਟੀ 'ਚ ਰੁਲਦੀ ਦਿਸਦੀ ਹੈ। ਜਿਹਨੂੰ ਜਾਗਰੂਕ ਕੀਤਾ ਸੀ ਅੱਜ ਉਹ ਆਪਣੇ ਹੱਕਾਂ ਲਈ ਲਾਠੀਆਂ ਖਾ ਰਿਹਾ ਹੈ। ਇਸ ਲਈ ਮੈਂ ਆਪਣਾ ਵਿਰੋਧ ਜ਼ਾਹਰ ਕਰਨ ਲਈ ਆਪਣੇ ਦੇਸ਼ ਤੇ ਆਪਣੇ ਅੰਨਦਾਤਿਆਂ ਦੇ ਨਾਲ ਖੜਦੇ ਹੋਏ ਪੰਜਾਬ ਦਾ ਪੁੱਤ ਬਣ ਕੇ ਆਪਣਾ ਨੈਸ਼ਨਲ ਅਵਾਰਡ ਸਰਕਾਰ ਨੂੰ ਵਾਪਸ ਕਰਦਾ ਹਾਂ। ਅਰਦਾਸ ਕਰਦਾ ਹਾਂ ਕਿ ਸਰਕਾਰ ਆਪਣੇ ਲੋਕਾਂ ਦੀ ਸੁਣ ਕੇ ਆਪਣੇ ਲੋਕਤੰਤਰ ਨੂੰ ਮਜ਼ਬੂਤ ਕਰੇ। ਧੰਨਵਾਦ। ਠੀਕ ਹੈ, ਤਾਂ ਮਤਲਬ ਹੁਣ ਇਹ ਫਾਈਨਲ ਹੋ ਚੁੱਕਾ ਹੈ? ਇਹ ਫਾਈਨਲ ਹੋ ਚੁੱਕਾ ਹੈ ਜੀ, ਸਵੇਰੇ ਵਾਪਸ ਕਰ ਦਿੱਤਾ ਜਾਏਗਾ। ਨੈਸ਼ਨਲ ਯੂਥ ਅਵਾਰਡ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਉਪਲਬਧੀ ਸੀ, ਪਰ ਸਿਰਫ ਤੇ ਸਿਰਫ ਸਾਡੇ ਅੰਨਦਾਤੇ ਦੇ ਲਈ, ਸਿਰਫ ਸਾਡੇ ਉਸ ਦਾਤਾ ਕਹਿ ਦਿੱਤਾ ਜਿਸ ਨੂੰ, ਤੇ ਉਸ ਦੇ ਨਾਲ ਜੋ ਸਲੂਕ ਹੋਇਆ, ਲੋਕਤੰਤਰ ਦਾ ਘਾਣ ਹੋਇਆ, ਦੇਖ ਕੇ ਹਰ ਵਿਅਕਤੀ ਨੂੰ ਤਾਂ ਸ਼ਰਮ ਆਈ ਹੋਣੀ। ਮੈਂ ਗੱਲ ਇੱਥੇ ਹੀ ਖਤਮ ਕਰੂੰਗਾ ਜੀ। ਗੁਰਬਾਣੀ ਕਹਿੰਦੀ ਹੈ, ਹਮਰੇ ਮਸਤਕ ਦਾਗ ਦਗਾਨਾ, ਹਮ ਕਰਜ ਗੁਰੂ ਬਹੁਤ ਸਾਡੇ ਤੇ ਨਾ ਗੁਰੂ ਦਾ ਕਰਜ਼ਾ ਬੜਾ ਵੱਡਾ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਸਾਡੇ ਲਈ ਹੋਈ ਤੇ ਉਹ ਬਹੁਤ ਵੱਡਾ ਕਰਜ਼ਾ, ਉਹ ਕਰਜ਼ਾ ਅਸੀਂ ਕਦੇ ਨਹੀਂ ਲਾ ਸਕਦੇ। ਤੇ ਇਹ ਅਵਾਰਡ ਦੇਣਾ ਸਿਰਫ ਇੱਕ, ਮੈਂ ਆਪਣੇ ਗੁਰੂ ਨੂੰ ਦੱਸਣਾ ਚਾਹੁੰਦਾ ਕਿ ਹਲੇ ਮੈਂ ਤੇਰੇ ਕਰਜ਼ੇ ਲਾਉਣ ਵਾਲੇ ਰਸਤੇ ਤੇ ਤੁਰਿਆ ਹੋਇਆ, ਹਜੇ ਪਿੱਛੇ ਨਹੀਂ ਹਟਿਆ। ਮਤਲਬ ਕਿ ਜੰਗਲ ਦੀ ਅੱਗ ਬੁਝਾਉਣ ਵਾਲੀ ਉਹ ਚਿੜੀ ਜਿਸ ਦਾ ਨਾਮ ਅੱਗ ਬੁਝਾਉਣ ਵਾਲਿਆਂ ਵਿੱਚ ਆਉਣਾ ਚਾਹੀਦਾ ਹੈ, ਉਹ ਉਦਾਹਰਨ ਹੈ ਤੁਹਾਡਾ। ਬਿਲਕੁਲ ਜੀ, ਬਿਲਕੁਲ। ਬਹੁਤ ਧੰਨਵਾਦ ਗੌਰਵ ਗੱਲਬਾਤ ਕਰਨ ਦੇ ਲਈ। ਹਰਸ਼ਲਿਨ ਬਹੁਤ ਧੰਨਵਾਦ, ਤੁਹਾਡਾ ਵੀ ਬਹੁਤ ਧੰਨਵਾਦ। ਇਹ ਪੰਜਾਬ ਦਾ ਉਹ ਨੌਜਵਾਨ ਹੈ ਜਿਸ ਨੂੰ ਅਕਸਰ ਸ਼ਰਾਬੀ, ਨਸ਼ੇੜੀ, ਲਾਪਰਵਾਹ ਕਹਿ ਕੇ ਇਹਨਾਂ ਨੂੰ ਸੰਬੋਧਨ ਕੀਤਾ ਜਾਂਦਾ ਸੀ, ਪਰ ਇਹ ਉਹੀ ਨੌਜਵਾਨ ਹੈ ਜਿਹੜਾ ਅੱਜ ਆਪਣਾ ਨੈਸ਼ਨਲ ਯੂਥ ਅਵਾਰਡ ਵਾਪਸ ਕਰਨ ਜਾ ਰਿਹਾ ਹੈ, ਸਿਰਫ ਤੇ ਸਿਰਫ ਅੰਨਦਾਤੇ ਦੇ ਨਾਲ ਖੜਨ ਦੇ ਲਈ। ਅੰਨਦਾਤੇ ਦਾ ਸਮਰਥਨ ਇਸ ਨੌਜਵਾਨ ਵੱਲੋਂ ਵੀ ਕੀਤਾ ਜਾ ਰਿਹਾ ਤੇ ਤਮਾਮ ਉਹ ਨੌਜਵਾਨ, ਤਮਾਮ ਉਹ ਲੋਕ ਜਿਹੜੇ ਰਿਣੀ ਨੇ,
ਜ਼ਿਮੀਦਾਰ ਦੇ, ਜਿਹੜੇ ਰਿਣੀ ਨੇ ਅੰਨਦਾਤੇ ਦੇ, ਕਿਉਂਕਿ ਅਸੀਂ ਜੇ ਅੱਜ ਰੋਟੀ ਖਾ ਰਹੇ ਹਾਂ ਤਾਂ ਅਸੀਂ ਹਰ ਰੋਜ਼ ਸ਼ੁਕਰਗੁਜ਼ਾਰ ਆ ਉਸ ਅੰਨਦਾਤੇ ਦਾ, ਤੇ ਉਸ ਅੰਨਦਾਤੇ ਨੂੰ ਹੱਕ ਦਿਵਾਉਣ ਦੇ ਲਈ ਅਸੀਂ ਕਿਸੇ ਵੀ ਹੱਦ ਤੱਕ ਜਾਵਾਂਗੇ, ਇਹ ਸਾਬਤ ਕਰ ਦਿੱਤਾ ਨੌਜਵਾਨ ਪੀੜ੍ਹੀ ਨੇ। ਕੈਮਰਾਮੈਨ ਪ੍ਰਕਾਸ਼ ਸਿੰਘ ਜੱਸਾ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਲੁਧਿਆਣਾ।